ਹਾਂਜੀ, ਰੱਬ ਸੋਹਣੇ ਦੀਆਂ ਸੋਹਣੀਆਂ ਮਿੱਠੀਆਂ ਤੇ ਪਿਆਰੀਆਂ ਗੱਲਾਂ ਲੈ ਕੇ ਤੁਹਾਡਾ ਆਪਣਾ ਫਾਦਰ ਸੈਮਸਨ ਜਵੇਦ ਪ੍ਰੋਗਰਾਮ ਸੱਚੀਆਂ ਗੱਲਾਂ 'ਚ ਹਾਜ਼ਰ ਹੈ। ਮੇਰੇ ਨਾਲ ਅੱਜ ਫਿਰ ਬ੍ਰਦਰ ਇਮੈਨੂਅਲ ਔਰ ਡਾਕਟਰ ਰਜਤਪਾਲ ਨੇ। ਤੁਹਾਨੂੰ ਸਾਰਿਆਂ ਨੂੰ ਖੁਸ਼ ਆਮਦੀਦ ਤੇ ਤੁਹਾਡਾ ਸਵਾਗਤ ਕਰਨੇ ਆ ਇਸ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਸਾਡਾ ਪ੍ਰੋਗਰਾਮ ਸੁਣਦੇ ਹੋ ਔਰ ਮੈਂ ਉਮੀਦ ਕਰਨਾ ਕਿ ਤੁਹਾਡੇ ਲਈ ਬਰਕਤ ਦਾ ਬਾਇਸ ਹੁੰਦਾ ਹੈ। ਜ਼ਰੂਰ ਸਾਨੂੰ ਆਪਣੀ ਰਾਏ ਨਾਲ ਆਗਾਹ ਕਰਿਆ ਕਰੋ ਤਾਂ ਕਿ ਅਸੀਂ ਹੋਰ ਜ਼ਿਆਦਾ ਮਜ਼ੀਦ ਬਿਹਤਰ ਤਰੀਕੇ ਨਾਲ ਇਸ ਪ੍ਰੋਗਰਾਮ ਨੂੰ ਕਰ ਸਕੀਏ। ਸੋ ਸਾਡੇ ਸਾਰਿਆਂ ਨੂੰ ਨਿੱਘਾ ਸਲਾਮ ਕਬੂਲ ਕਰੋ ਔਰ ਅੱਜ ਉਮੀਦ ਹੈ ਕਿ ਖੁਦਾਵੰਦ ਸਾਡੇ ਨਾਲ ਹੋਏਗਾ ਔਰ ਫਿਰ ਅਸੀਂ ਬਰਕਤ ਪਾਵਾਂਗੇ ਇਸ ਪ੍ਰੋਗਰਾਮ ਤੋਂ। ਆਈਏ ਅੱਜ ਦਾ ਅਸੀਂ ਹਵਾਲਾ ਵੇਖੀਏ ਤੇ ਇਹ ਇਮਾਲ ਦੀ ਕਿਤਾਬ ਉਹਦਾ ਪਹਿਲਾ ਬਾਬ ਉਹਦੀ 12 ਤੋਂ 14 ਆਇਤ ਤੱਕ। ਇਮਾਲ ਦੀ ਕਿਤਾਬ ਪਹਿਲਾ ਬਾਬ 12ਵੀਂ ਆਇਤ ਤੋਂ 14ਵੀਂ ਆਇਤ ਤੱਕ ਪਹਿਲੂ ਬ੍ਰਦਰ ਇਮੈਨੂਅਲ ਪੜ੍ਹਨਗੇ, ਉਹਦੇ ਬਾਅਦ ਮੈਂ ਆਪਣੇ ਲਹਿੰਦੇ ਪੰਜਾਬ ਦੀ ਪੰਜਾਬੀ ਚ ਪੜਾਂਗਾ। ਜੀ ਬ੍ਰਦਰ। ਅਸੀਂ ਪਰਮੇਸ਼ਵਰ ਦੇ ਕਲਾਮ ਦੇ ਵਿੱਚੋਂ ਪੜਾਂਗੇ ਰਸੂਲਾਂ ਦੇ ਕਰਤੱਵ, ਉਹਦਾ ਪਹਿਲਾ ਅਧਿਆਇ 12 ਤੋਂ ਲੈ ਕੇ 14 ਆਇਤ ਤੱਕ। ਤਦ ਉਹ ਉਸ ਪਹਾੜ ਤੋਂ ਜਿਹੜਾ ਜੈਤੂਨ ਦਾ ਸਦੈਂਦਾ ਹੈ ਅਤੇ ਯਰੂਸ਼ਲਮ ਦੇ ਨੇੜੇ ਇੱਕ ਸਬਤ ਦੇ ਦਿਨ ਦੀ ਵਾਟ ਹੈ ਯਰੂਸ਼ਲਮ ਨੂੰ ਮੁੜੇ ਔਰ ਜਾ ਪਹੁੰਚੇ ਤਾਂ ਉਸ ਚਬਾਰੇ ਉੱਤੇ ਚੜ ਗਏ ਜਿੱਥੇ ਉਹ ਟਿਕਦੇ ਸਨ, ਅਰਥਾਤ ਪਤਰਸ ਔਰ ਯਹੂਨਾ और जकूब और इंद्रियास और फिलिप्पस और थोमा और थरथलोमोई और मत्ती और हल्फा दा पुत्र जकूब और शमौन जलतोस और जकूब दा पुत्र यहूदा। ये सब एक मन हो के इस्त्रियां अते यीशु दी माता मरियम ਅਤੇ ਉਹਦੇ ਭਰਾਵਾਂ ਦੇ ਨਾਲ ਲਗਾਤਾਰ ਪ੍ਰਾਰਥਨਾ ਕਰਦੇ ਰਹੇ। ਖੁਦਾ ਦੇ ਪਾਕ ਕਲਾਮ ਦੇ ਪੜ੍ਹੇ ਤੇ ਸੁਣੇ ਜਾਣ ਤੇ ਬਰਕਤ ਹੋਵੇ। ਆਮੀਨ ਆਮੀਨ ਆਮੀਨ। ਲਓ ਜੀ, ਮੈਂ ਹੁਣ ਆਪਣੀ ਲਹਿੰਦੇ ਪੰਜਾਬ ਦੀ ਪੰਜਾਬੀ ਚ ਪੜ੍ਹਨ ਲੱਗਾ ਤੇ ਇੱਥੇ ਲਿਖਿਆ ਕਿ ਤਾਦੋ ਪਹਾੜ ਤੋਂ ਜਿਹੜਾ ਜ਼ੈਤੂਨ ਦਾ ਅਖਵਾਂਦਾ ਤੇ ਜਿਹੜਾ ਯਰੂਸ਼ਲਮ ਦੇ ਨੇੜੇ ਸਬਤ ਦੇ ਦਿਨ ਦਾ ਪੈਂਡਾ ਸੀ, ਯਰੂਸ਼ਲਮ ਨੂੰ ਮੁੜ ਗਏ ਤੇ ਜਦੋਂ ਆਪਣੇ ਤੇ ਇੱਕ ਚੁਬਾਰੇ ਤੇ ਜਾ ਚੜੇ ਜਿੱਥੇ ਪਤਰਸ ਤੇ ਯੂਹੰਨਾ, ਯਾਕੂਬ ਤੇ ਇੰਦਰਿਆਸ ਤੇ ਫਿਲਿਪਸ ਤੇ ਤੋਮਾ ਤੇ ਬਰਤਲਮਾਈ ਤੇ ਮੱਤੀ ਤੇ ਹਲਫਈ ਦਾ ਪੁੱਤਰ ਯਾਕੂਬ ਤੇ ਜ਼ੈਲੋਤੀਸ ਵਾਲਾ ਸ਼ਮੌਨ ਤੇ ਯਾਕੂਬ ਦਾ ਪੁੱਤਰ ਯਹੂਦਾ ਰਹਿੰਦੇ ਸਨ। ਇਹ ਸਾਰਿਆਂ ਦੇ ਸਾਰੇ ਕਈਆਂ ਜ਼ਨਾਨੀਆਂ ਦੇ ਨਾਲ ਤੇ ਨਾਲੇ ਯਿਸੂ ਦੀ ਮਾਂ ਮਰੀਅਮ ਤੇ ਉਹਦੇ ਭਰਾਵਾਂ ਦੇ ਨਾਲ ਇੱਕ ਦਿਲ ਹੋ ਕੇ ਦੁਆ ਮੰਗਣ ਚ ਲੱਗੇ ਰਹਿੰਦੇ ਸਨ। ਖੁਦਾ ਦੇ ਪਾਕ ਕਲਾਮ ਦੇ ਪੜ੍ਹੇ ਤੇ ਸੁਣੇ ਜਾਣ ਤੇ ਉਹਦੀ ਬਰਕਤ ਹੋਵੇ। ਆਮੀਨ। ਮੇਰੇ ਅਸੀਸੋ, ਅਸੀਂ ਅੱਜ ਕੱਲ੍ਹ ਦੇ ਜਿਹੜੇ ਦਿਨ ਨੇ ਇਹ ਈਸਟਰ ਦੇ ਬਾਅਦ ਦੇ ਦਿਨ ਨੇ ਔਰ ਖੁਦਾਵੰਦ ਯਿਸੂ ਮਸੀਹ ਅਗਰ ਸਾਨੂੰ ਯਾਦ ਹੋਏ ਕਿ ਉਹ ਤਕਰੀਬਨ 40 ਦਿਨ ਯਾਨੀ ਇਸ ਜ਼ਮੀਨ ਤੇ ਰਹੇ ਆਪਣੇ ਜੀ ਉੱਠਣ ਦੇ ਬਾਅਦ। ਤੇ ਅੱਜ ਦਾ ਜਿਹੜਾ ਹਵਾਲਾ ਇਹ ਵੀ ਉਸੇ ਹੀ ਦਿਨਾਂ ਦੇ ਵਿੱਚ, ਲੇਕਿਨ ਅਸਲ 'ਚ ਇਹ ਹਵਾਲਾ ਜਿਹੜਾ ਜਿੱਥੋਂ ਅਸੀਂ ਪੜ੍ਹਨੇ ਆ ਉਹਦੇ ਤੋਂ ਪਿੱਛੇ ਅਗਰ ਅਸੀਂ ਇਮਾਲ ਦੀ ਕਿਤਾਬ ਨੂੰ ਪੜ੍ਹੀਏ ਤਾਂ ਉਹਦੇ 'ਚ ਖੁਦਾਵੰਦ ਯਿਸੂ ਮਸੀਹ ਜ਼ੈਤੂਨ ਦੇ ਪਹਾੜ ਤੇ ਸ਼ਾਗਿਰਦਾਂ ਦੇ ਸਾਹਮਣੇ ਉਠਾ ਲਏ ਗਏ ਤੇ ਇਹ ਉਹਦੇ ਬਾਅਦ ਦਾ ਵਾਕਿਆ ਹੈ। ਯਾਨੀ ਉਹ ਅਸਮਾਨ ਤੇ ਚਲੇ ਗਏ ਤੇ ਉਹ ਜ਼ੈਤੂਨ ਦੇ ਪਹਾੜ ਤੋਂ ਗਏ। ਤੇ ਅੱਜ ਵੀ ਅਸੀਂ ਜਿਹੜਾ ਪੜ੍ਹਿਆ ਕਿ ਜਦੋਂ ਖੁਦਾਵੰਦ ਯਿਸੂ ਮਸੀਹ ਉਠਾ ਲਏ ਗਏ ਤੇ ਇਹ ਸ਼ਾਗਿਰਦ ਜਿਹੜੇ ਨੇ ਵਾਪਸ ਯਰੂਸ਼ਲਮ ਚ ਆਉਂਦੇ ਨੇ। ਬੜੀ ਖਾਸ ਗੱਲ ਹੈ ਕਿ ਇੱਥੇ ਇੱਕ ਲਫ਼ਜ਼ ਹੈ ਜਿਹੜਾ ਅਸੀਂ ਪੜ੍ਹਿਆ ਕਿ ਇਹ ਜਿਹੜਾ ਜ਼ੈਤੂਨ ਦਾ ਪਹਾੜ ਸੀ ਉਹ ਯਰੂਸ਼ਲਮ ਤੋਂ ਸਬਤ ਦੇ ਦਿਨ ਦਾ ਪੈਂਡਾ ਸੀ। ਯਾਨੀ ਇਹ ਹੁਣ ਸਬਤ ਦਾ ਪੈਂਡਾ ਜਿਹੜਾ ਇਹਨੂੰ ਸਮਝਣ ਦੀ ਜ਼ਰੂਰਤ ਹੈ ਕਿ ਕੀ ਹੈ। ਤੁਹਾਨੂੰ ਯਾਦ ਹੋਏਗਾ ਕਿ ਯਹੂਦੀ ਲੋਕ ਜਿਹੜੇ ਨੇ ਉਹ ਸਬਤ ਵਾਲੇ ਦਿਨ ਕੰਮ ਨਹੀਂ ਸਨ ਕਰਦੇ ਤੇ ਉਹ ਇੱਕ ਖਾਸ ਫਾਸਲਾ ਸੀ ਜਿਹੜਾ ਸਬਤ ਦੇ ਦਿਨ 'ਚ ਉਹ ਤੈਅ ਕਰਦੇ ਸਨ ਔਰ ਇਹ ਤਕਰੀਬਨ ਕਿਹਾ ਜਾਂਦਾ ਕਿ 2000 ਹੱਥ ਜਾਂ ਜਿਹਨੂੰ ਅਸੀਂ 1.5 ਮੀਲ ਕਹਿ ਸਕਦੇ ਹਾਂ, ਇੰਨਾ ਪੈਂਡਾ ਸੀ। ਦੂਜੀ ਗੱਲ ਇਹ ਕਿ ਟਰਾਂਸਲੇਸ਼ਨ ਦੋ ਕਿਸਮ ਦੀ ਹੁੰਦੀ ਹੈ।
ਇੱਕ ਨੂੰ ਕਹਿੰਦੇ ਨੇ ਮੀਨਿੰਗ ਬੇਸ, ਯਾਨੀ ਮਤਲਬ ਉਹਦੇ ਚ ਲਿਖਿਆ ਜਾਂਦਾ। ਇੱਕ ਹੁੰਦੀ ਹੈ ਟੈਕਸਚੁਅਲ ਬੇਸ, ਯਾਨੀ ਜਿਹੜਾ ਟੈਕਸਟ ਹੈ, ਕਿਉਂਕਿ ਗ੍ਰੀਕ ਤੋਂ ਸਾਰੀ ਗੱਲ ਇਹਦਾ ਤਰਜਮਾ ਹੋਇਆ, ਤੇ ਉਹ ਟੈਕਸਟ ਜਿਸ ਤਰ੍ਹਾਂ ਲਿਖਿਆ ਉਸ ਤਰ੍ਹਾਂ ਹੀ ਉਹਦਾ ਤਰਜਮਾ ਕਰ ਦਿੱਤਾ ਜਾਏ। ਸੋ ਅੱਜ ਜਿਹੜੇ ਹੁਣ ਅਸੀਂ ਹਵਾਲਾ ਪੜ੍ਹਿਆ, ਇਹਦੇ ਚ ਅਸੀਂ ਵੇਖਿਆ ਕਿ ਇਹ ਸਾਡੀ ਜਿਹੜੀ ਪੰਜਾਬੀ ਜਾਂ ਉਰਦੂ ਦੀ ਟਰਾਂਸਲੇਸ਼ਨ ਨੇ, ਤੇ ਜਿਹੜੀ ਪੰਜਾਬੀ ਬ੍ਰਦਰ ਜੀ ਨੇ ਪੜ੍ਹੀ ਹੈ, ਉਹਦੇ ਵਿੱਚ ਵੀ ਇਹਨੂੰ ਸ਼ਬਦ ਦੇ ਮੰਜ਼ਲ ਦਾ ਫਾਸਲਾ ਦੱਸਿਆ ਗਿਆ। ਸੋ ਇਸ ਲਈ ਇਹਦਾ ਮਤਲਬ ਹੈ ਕਿ ਸਾਡੀ ਜਿਹੜੀ ਟਰਾਂਸਲੇਸ਼ਨ ਹੈ ਉਹ ਟੈਕਸਚੁਅਲ ਬੇਸਡ ਟਰਾਂਸਲੇਸ਼ਨ ਹੈ। ਸੋ ਕੇਜੇ ਵਿੱਚ ਡਾਕਟਰ ਸਾਹਿਬ ਤੁਹਾਡੇ ਕੋਲ ਅਗਰ ਕੇਜੇ ਵੀ ਹੈ, ਜ਼ਰਾ ਪੜ੍ਹਨਾ ਤੁਸੀਂ ਇਹ ਆਇਤ ਫਿਰ। Then they returned to Jerusalem from the mount called Olivet, which is near Jerusalem, a Sabbath day's journey. ਹਾਂਜੀ, ਇਹ ਕੇਜੇ ਵੀ ਹੈ, ਇਹਦੇ ਵਿੱਚ ਵੀ ਇਹੋ ਲਿਖਿਆ ਗਿਆ, ਲੇਕਿਨ ਅਗਰ ਐਨ ਵੀ ਅਸੀਂ ਪੜ੍ਹੀਏ ਤੇ ਸ਼ਾਇਦ ਉਹਦੇ ਚ 1.5 ਮੀਲ ਜਾਂ ਯਾਨੀ ਇਹ ਫਾਸਲਾ ਲਿਖਿਆ ਗਿਆ ਹੋਏਗਾ। ਸੋ ਗੱਲ ਅਸੀਂ ਜਿਹੜੀ ਅੱਜ ਖਾਸ ਕਰਨੀ ਹੈ, ਇੱਕ ਤੇ ਇਹ ਵੀ ਕਿ ਇੱਥੇ 11 ਸ਼ਾਗਿਰਦਾਂ ਦੇ ਨਾਂ ਲਿਖੇ ਗਏ ਨੇ, ਠੀਕ ਹੈ। ਯਾਨੀ ਇਹ ਸ਼ਾਗਿਰਦ ਜਿਹੜੇ ਨੇ ਇਹ ਤੇ ਖੁਦਾਵੰਦ ਯਿਸੂ ਮਸੀਹ ਦੀ ਮਾਂ ਤੇ ਉਹਦੇ ਭਰਾ ਜਿਹੜੇ ਨੇ ਉਹਨਾਂ ਦੇ ਬਾਰੇ ਚ ਲਿਖਿਆ ਗਿਆ ਕਿ ਉਹ ਸਾਰੇ ਮਿਲ ਕੇ ਇਕੱਠੇ ਰਹਿੰਦੇ ਸਨ। ਬ੍ਰਦਰ ਜੀ ਅਸੀਂ ਅਗਰ ਪੜ੍ਹੀਏ ਤੇ ਖੁਦਾਵੰਦ ਯਿਸੂ ਮਸੀਹ ਦੇ ਭਰਾ ਪਹਿਲੂ ਤੇ ਲੱਗਦਾ ਕਿ ਉਹ ਕਿਹਨੂੰ ਕਹਿੰਦੇ ਨੇ ਯਾਨੀ ਖੁਦਾਵੰਦ ਨੂੰ ਉਹਨਾਂ ਕਬੂਲ ਨਹੀਂ ਸੀ ਕੀਤਾ, ਤੇ ਲੇਕਿਨ ਇੱਥੇ ਲੱਗਦਾ ਪਿਆ ਕਿ ਉਹਨਾਂ ਨੇ ਖੁਦਾਵੰਦ, ਤੁਹਾਨੂੰ ਕੋਈ ਵਾਕਿਆ ਯਾਦ ਹੈ ਜਦੋਂ ਖੁਦਾਵੰਦ ਯਿਸੂ ਮਸੀਹ ਕੋਲ ਆਏ ਬ੍ਰਦਰ ਜੀ, ਉਹਦੀ ਮਾਂ ਤੇ ਉਹਦੇ ਭਰਾ ਜਿਹੜੇ ਨੇ ਉਹਦੇ ਕੋਲ ਆਏ, ਤੇ ਉਹਨੇ ਕਿਹਾ ਕਿ ਮੇਰੇ ਭਰਾ ਤੇ ਮੇਰੀ ਫੈਮਿਲੀ ਜਿਹੜੀ ਹੈ ਉਹ ਨੇ ਜਿਹੜੇ ਕਿਹਨੂੰ ਕਹਿੰਦੇ ਨੇ ਮੇਰਾ ਕਲਾਮ ਸੁਣਦੇ ਤੇ ਉਹਦੇ ਤੇ ਅਮਲ ਕਰਦੇ ਨੇ। ਹਾਂਜੀ ਜੀ ਬ੍ਰਦਰ ਜੀ। ਹੈਲੋ ਹਾਂਜੀ, ਮੇਰੇ ਖਿਆਲ ਹੈ ਉਹ ਉਹਨਾਂ ਦਾ ਕਨੈਕਸ਼ਨ ਨਹੀਂ ਠੀਕ, ਤੇ ਉਹ ਨੇ। ਹਾਂਜੀ ਬ੍ਰਦਰ, ਆਪਣਾ ਡਾਕਟਰ ਸਾਹਿਬ ਤੁਸੀਂ ਜ਼ਿਕਰ ਕਰੋ ਕੋਈ ਤੁਹਾਨੂੰ ਯਾਦ ਹੋਏ ਇਹ ਹਵਾਲਾ। ਉਹ ਐਪੀਸੋਡ ਹੀ ਯਾਦ ਹੈ ਪਾਸਟਰ ਜੀ, ਜਿਹੜਾ ਤੁਸੀਂ ਹੁਣੇ ਥੋੜਾ ਜਿਹਾ ਜ਼ਿਕਰ ਕੀਤਾ ਕਿ ਉਹ ਮੇਰੇ ਖਿਆਲ ਮੈਥਿਊ ਚ ਹੈ ਸ਼ਾਇਦ ਇਹ। ਅੱਛਾ, ਨਹੀਂ ਕੋਈ ਨਹੀਂ, ਪੜ੍ਹਨ ਦੀ ਜ਼ਰੂਰਤ ਨਹੀਂ, ਹਾਂ, ਵੈਸੇ ਜਿੱਥੇ ਉਹਨਾਂ ਨੇ, ਹਾਂਜੀ, ਕਿ ਉਹ ਆਏ ਅਤੇ ਉਹਨਾਂ ਨੇ ਜਦੋਂ ਇਹ ਗੱਲ ਕੀਤੀ, ਉਹ ਆਪਣੇ ਸ਼ਾਗਿਰਦਾਂ ਨਾਲ ਸੀਗੇ, ਤੇ ਉਹਨਾਂ ਨੂੰ ਆ ਕੇ ਉਹਨਾਂ ਸ਼ਾਗਿਰਦਾਂ ਨੂੰ ਕਹਿੰਦੇ ਆ ਕਿ ਬਈ ਤੇਰੇ ਮਾਂ ਤੇ ਤੇਰੇ ਭਰਾ ਆਏ ਨੇ ਜੀ, ਤੇ ਤੂੰ ਉਹਨਾਂ ਨੂੰ ਮਿਲ ਲਾ। ਤੇ ਜੀਸਸ ਨੇ ਕਿਹਾ ਬਈ ਇਹ ਮੇਰੇ ਭਰਾ ਜਿਹੜੇ ਨੇ ਉਹ ਲੋਕ ਨੇ ਜਿਹੜੀ ਮੇਰਾ ਕਲਾਮ ਨੂੰ ਸੁਣਦੇ ਨੇ ਤੇ ਉਹਦੇ ਤੇ ਅਮਲ ਕਰਦੇ ਨੇ। ਹਾਂਜੀ, ਤੇ ਯਾਨੀ ਕਿ ਉਹਨਾਂ ਨੇ ਉਸ ਟਾਈਮ ਤੇ ਹੀ ਟੁੱਕ ਦ ਓਪਰਚੁਨਿਟੀ ਟੂ ਬੇਸਿਕਲੀ ਡਿਸਕ੍ਰਾਈਬ ਕਿ ਉਹਨਾਂ ਦਾ ਪਰਪਸ ਜਿਹੜਾ ਹੈ ਉਹ ਸਿਰਫ ਆਪਣੇ ਫੈਮਿਲੀ ਵਾਸਤੇ ਨਹੀਂ ਆ, ਰਾਈਟ, ਜਾਂ ਸਿਰਫ ਜਿਊਜ਼ ਵਾਸਤੇ ਨਹੀਂ ਆ। ਹਿਸ ਪਰਪਸ ਇਜ਼ ਕਿ ਜਿਹੜਾ ਹਰ ਇਨਸਾਨ ਜੋ ਉਹਨਾਂ ਦੀ ਗੱਲ ਨੂੰ ਸੁਣੇਗਾ ਤੇ ਉਹਦੇ ਤੇ ਅਮਲ ਕਰੇਗਾ, ਉਹ ਓਬੀਡੀਐਂਟ ਰਹੇਗਾ ਤੇ ਹੀ ਵਿਲ ਬੀ ਜੀ ਰਾਈਟ, ਜੋ ਉਹਨਾਂ ਦਾ ਮੈਸੇਜ ਸ਼ੁਰੂ ਆ ਤੋਂ ਦੈਟ ਆਈ ਥਿੰਕ ਉਹ ਝਲਕ ਸੀਗੀ ਛੋਟੀ ਜੀ ਉਹਨਾਂ ਨੇ ਦਿੱਤੀ ਕਿ ਆਈ ਐਮ ਹੇਅਰ ਫॉर ਅ ਬਿਗਰ ਪਰਪਸ ਦੈਨ ਜਸਟ ਟੂ ਬੀ ਵਿਦ ਮਾਈ ਫੈਮਿਲੀ। ਜੀ ਲੇਕਿਨ ਇੱਥੇ ਆਪਣਾ ਡਾਕਟਰ ਸਾਹਿਬ ਸਾਨੂੰ ਨਜ਼ਰ ਆ ਰਿਹਾ ਕਿ ਹੁਣ ਉਹਦੇ ਭਰਾ ਯਾਨੀ ਜਿਹੜੇ ਨੇ ਉਹ ਖੁਦਾਵੰਦ ਯਿਸੂ ਮਸੀਹ ਨੂੰ ਕਬੂਲ ਕਰ ਚੁੱਕੇ ਨੇ। ਕੀ ਖਿਆਲ ਹੈ? ਜੀ ਕਿਉਂਕਿ ਇੱਥੇ ਲਿਖਿਆ ਨਾ ਕਿ ਉਹ ਉਹਦੇ ਭਰਾਵਾਂ ਦੇ ਨਾਲ ਤੇ ਯਿਸੂ ਦੀ ਮਾਂ ਮਰੀਅਮ ਤੇ ਉਹਦੇ ਭਰਾਵਾਂ ਦੇ ਨਾਲ ਇੱਕ ਦਿਲ ਹੋ ਕੇ ਦੁਆ ਮੰਗਣ ਵਿੱਚ ਲੱਗੇ ਰਹਿੰਦੇ ਸਨ। ਠੀਕ ਹੈ, ਸੋ ਜਿਹੜੀ ਮੈਂ ਗੱਲ ਕਰਨਾ ਚਾਹ ਰਿਹਾ ਹਾਂ ਇਹ ਵੇ ਕਿ ਜ਼ਿੰਦਗੀ 'ਚ ਜਦੋਂ ਖੁਦਾਵੰਦ ਯਿਸੂ ਮਸੀਹ ਜ਼ਿੰਦਾ ਸਨ ਉਦੋਂ ਤੇ ਸ਼ਾਇਦ ਇਹਦੇ ਭਰਾ ਜਿਹੜੇ ਨੇ ਉਹ ਉਹਨੂੰ ਕਬੂਲ ਨਾ ਕੀਤਾ, ਲੇਕਿਨ ਉਹਦੇ ਜੀ ਉੱਠਣ ਦੇ ਬਾਅਦ ਜਾਂ ਉਹਦੀ ਰੈਜ਼ਰੈਕਸ਼ਨ ਦੇ ਬਾਅਦ ਉਹਨਾਂ ਨੇ ਖੁਦਾਵੰਦ ਯਿਸੂ ਮਸੀਹ ਨੂੰ ਕਬੂਲ ਕਰ ਲਿਆ। ਡਾਕਟਰ ਸਾਹਿਬ ਜ਼ਾਹਰ ਕੀ ਹੁੰਦਾ ਕਿ ਇਹ ਜਿਹੜਾ ਵਾਕਿਆ ਜੀ ਉੱਠਣ ਦਾ ਇਹ ਇੰਨਾ ਕੁ ਵੱਡਾ ਸੀ ਕਿ ਉਹਦੇ ਭਰਾ ਜਿਹੜੇ ਪਹਿਲੂ ਸ਼ਾਇਦ ਉਹਨੂੰ ਨਹੀਂ ਸਨ ਮੰਨਦੇ ਕਿ ਉਹ ਨਬੀ ਹੈ ਜਾਂ ਉਹ ਖੁਦਾ ਦਾ ਬੇਟਾ ਹੈ, ਉਹਨਾਂ ਨੇ ਉਹਦੇ ਜੀ ਉੱਠਣ ਦੇ ਬਾਅਦ ਉਹਨੂੰ ਕਬੂਲ ਕੀਤਾ ਕਿ ਵਾਕਈ ਇਹ ਮਸੀਹਾ ਹੈ, ਇਹ ਮਿਸਾਇਆ ਹੈ ਔਰ ਇਹ ਖੁਦਾਵੰਦ ਵੱਲੋਂ ਇਸ ਦੁਨੀਆ ਤੇ ਆਇਆ। ਸੋ ਮੈਂ ਜਿਹੜੀ ਗੱਲ ਕਰਨ ਡਿਆ ਉਹ ਇਹ ਵੇ ਕਿ ਕਿੰਨਾ ਪਾਵਰਫੁਲ ਹੈ ਇਹ ਗੱਲ ਕਿ
ਖੁਦਾਵੰਦ ਯਿਸੂ ਮਸੀਹ ਦਾ ਜੀ ਉੱਠਣਾ ਜਿਹੜਾ ਉਹ ਇੰਨਾ ਪਾਵਰਫੁਲ ਹੈ ਕਿ ਉਹਦੇ ਭਰਾਵਾਂ ਨੂੰ ਉਹਨਾਂ ਬਦਲ ਕੇ ਉਸ ਵਾਕਿਆ ਨੇ ਰੱਖ ਦਿੱਤਾ। ਜੀ ਡਾਕਟਰ ਸਾਹਿਬ ਤੁਸੀਂ ਕੁਝ ਕਹਿਣ ਲੱਗੇ ਸੀ। ਹਾਂਜੀ, ਮੈਂ ਇੱਕ ਹੋਰ ਐਪੀਸੋਡ ਤੁਹਾਨੂੰ ਦੱਸਾਂਗਾ ਕਿ ਇਹ ਹੈਗਾ ਮਾਰਕ ਦੇ ਵਿੱਚ, ਠੀਕ ਹੈ, ਮਾਰਕ 3:21 ਦੇ ਵਿੱਚ ਹੈ ਕਿ ਜਦੋਂ ਜੀਸਸ ਨੂੰ ਉਹਨਾਂ ਨੇ ਆਪਣਾ ਜਦੋਂ ਸ਼ੁਰੂ ਕੀਤਾ ਸੀ ਪ੍ਰਚਾਰ ਕਰਨਾ, ਤੇ ਸਾਰੇ ਲੋਕੀ ਜਰੂਸਲਮ ਦੇ ਇਕੱਠੇ ਹੋ ਕੇ ਉਹਨਾਂ ਨੂੰ ਕਹਿੰਦੇ ਸੀਗੇ ਕਿ ਇਹਦੇ ਅੰਦਰ ਬਦਰੂ ਆ ਗਈ ਆ, ਤੇ ਦੇ ਵਾਂਟਡ ਟੂ ਐਕਚੁਅਲੀ ਉਹਨੂੰ ਸੁੱਟ ਦੇਣਾ ਚਾਹੁੰਦੇ ਸੀਗੇ ਫਰੋਮ ਦ ਕਲਿਫ। ਤੇ ਇਹਦੇ ਬ੍ਰਦਰਸ ਜਿਹੜੇ ਸੀਗੇ ਉਹਨਾਂ ਨੇ ਜੀਸਸ ਦੀ ਗੱਲ ਤੇ ਉਦੋਂ ਵੀ ਯਕੀਨ ਨਹੀਂ ਸੀ ਕੀਤਾ। ਦੇ ਵੈਂਟ ਦੇਅਰ ਟੂ ਹੈਲਪ ਹਿਮ ਐਂਡ ਟੈਲ ਹਿਮ ਨਾਟ ਟੂ ਡੂ ਇਟ। ਇਹ ਉਦੋਂ ਉਹਨੂੰ ਜਾ ਕੇ ਕਹਿੰਦੇ ਸੀਗੇ ਕਿ ਵੀ ਤੂੰ ਆ ਪ੍ਰਚਾਰ ਨਾ ਕਰ। ਸਹੀ, ਯਾਨੀ ਕਿ ਤੁਸੀਂ ਤੇ ਸਹੀ ਕਹਿ ਰਹੇ ਹੋ, ਮੰਨਦੇ ਹੀ ਨਹੀਂ, ਉਹਨੂੰ ਮਨਾ ਕਰਦੇ ਸੀਗੇ ਕਿ ਤੂੰ ਇਹ ਕੰਮ ਨਾ ਕਰ। ਜਦੋਂ ਉਹਨੇ ਸ਼ੁਰੂ ਕੀਤਾ ਕਿ ਤੂੰ ਕੰਮ ਨਾ ਕਰ, ਤੇਰੀ ਜਾਨ ਜਿਹੜੀ ਹੈ ਉਹ ਖਤਰੇ 'ਚ ਪੈ ਗਈ ਹੈ। Like, they were concerned about him, of course, but they did not believe him. Concern ਸੀਗਾ ਉਹਨਾਂ ਨੂੰ, ਠੀਕ ਹੈ। ਇਹ ਮਾਰਕ 3:21 ਤੇ ਉਹ ਕਹਿੰਦਾ his family went out to seize him because people were saying he is beside himself. ਉਹ ਕਹਿੰਦਾ ਵੀ ਇਹ ਤਾਂ ਇੱਕ ਤਰ੍ਹਾਂ ਦਾ ਡੀਮਨ ਆ ਗਿਆ ਇਹਦੇ ਅੰਦਰ, that was right। ਤੇ ਇਹ ਮਾਰਕ 3:21 ਜਿਹੜੀ ਵਰਸਿਸ ਆ ਉੱਥੇ ਸਾਨੂੰ ਪਤਾ ਲੱਗਦਾ ਹੈ ਕਿ ਜੀਸਸ ਦੀ ਜਿਹੜੀ ਬ੍ਰਦਰ ਸੀਗੇ, ਦੇ ਵਾਂਟਡ ਟੂ ਟੈਲ ਹਿਮ ਕਿ ਤੂੰ ਬੰਦ ਕਰ ਦੇ ਇਹ ਆਪਣਾ ਪ੍ਰਚਾਰ। ਜੀ ਜੀ, ਹਾਂਜੀ, ਮੈਂ ਵੇਖਣ ਡਿਆ ਬਿਲਕੁਲ ਇਹ 3:21 ਚ। ਹਾਂਜੀ ਹਾਂਜੀ, ਐਂਡ ਜੀਸਸ ਰਿਫਿਊਜ਼ਡ। ਜੀਸਸ ਨੇ ਕਿਹਾ ਨਹੀਂ, ਮੈਂ ਤੁਹਾਡੀ ਗੱਲ ਨਹੀਂ ਮੰਨਣੀ, ਠੀਕ ਹੈ। ਤੋ ਸਿਰਫ ਇਹੀ ਨਹੀਂ ਕਿ ਉਹ ਮੰਨਦੇ ਨਹੀਂ ਸੀਗੇ, ਦੇ ਵਰ ਨਾਟ ਈਵਨ, they did not even believe him on one thing, and on second thing they wanted him not to do this, preach because of the concern, ਕਿਉਂਕਿ ਉਦੋਂ ਉਹਨੂੰ ਖਤਰੇ, ਉਹਨਾਂ ਦੀ ਜਾਨ ਖਤਰੇ 'ਚ ਸੀਗੀ ਤੇ ਐਂਡ ਤੱਕ ਖਤਰੇ 'ਚ ਰਹੀ ਉਹਨਾਂ ਦੀ ਜਾਨ, ਸਾਨੂੰ ਪਤਾ ਹੀ ਹੈ। then how he was crucified। ਜੀ ਜੀ, ਬਿਲਕੁਲ। ਹਾਂਜੀ ਬ੍ਰਦਰ ਜੀ, ਵੈਲਕਮ ਬੈਕ। ਤੁਸੀਂ, ਤੁਹਾਡਾ ਕਨੈਕਸ਼ਨ ਸ਼ਾਇਦ ਨਹੀਂ ਸੀ ਠੀਕ ਰਿਹਾ, ਹਾਂਜੀ, ਤੁਹਾਡੀ ਆਵਾਜ਼ ਕੱਟ ਰਹੀ ਸੀ। ਗੱਲ ਅਸੀਂ ਕਰਨ ਡਏ ਹਾਂ ਖੁਦਾਵੰਦ ਯਿਸੂ ਮਸੀਹ ਦੇ ਭਾਈਆਂ ਦੇ ਬਾਰੇ 'ਚ, ਕਿ ਯਾਨੀ ਜਦੋਂ ਤੇ ਉਹ ਜ਼ਿੰਦਾ ਸੀ ਉਦੋਂ ਉਹ ਨਹੀਂ ਸਨ ਮੰਨਦੇ, ਤੇ ਡਾਕਟਰ ਸਾਹਿਬ ਨੇ ਵਿੱਚ ਹੋਰ ਇਜ਼ਾਫਾ ਕੀਤਾ ਕਿ ਉਹਨੂੰ ਮਨਾ ਵੀ ਕਰਦੇ ਸਨ ਕਿ ਤੂੰ ਇਹ ਕੰਮ ਨਾ ਕਰ। ਲੇਕਿਨ ਉਹਦੇ ਜੀ ਉੱਠਣ ਦੇ ਬਾਅਦ, ਯਾਨੀ ਜਦੋਂ ਉਹਦੀ ਰੈਜ਼ਰੈਕਸ਼ਨ ਹੋ ਗਈ ਹੈ, ਉਹਦੇ ਬਾਅਦ ਅਸੀਂ ਇੱਥੇ ਪੜ੍ਹਨੇ ਪਏ ਕਿ ਉਹ ਖੁਦਾਵੰਦ ਯਿਸੂ ਮਸੀਹ ਨੂੰ ਮੰਨ ਗਏ, ਠੀਕ ਹੈ। ਔਰ ਅਸੀਂ ਜਾਣਦੇ ਹਾਂ ਕਿ ਯਾਕੂਬ ਦਾ ਖਤ ਜਿਹੜਾ ਉਹ ਖੁਦਾਵੰਦ ਯਿਸੂ ਮਸੀਹ ਦੇ ਭਾਈ ਨੇ ਲਿਖਿਆ, ਉਹ ਵਾਲੇ ਯਾਕੂਬ ਨੇ ਲਿਖਿਆ। ਜਿਹੜੇ ਸ਼ਾਗਿਰਦਾਂ ਦਾ ਜ਼ਿਕਰ ਹੈ ਉਹ ਨਹੀਂ ਨੇ, ਬਲਕਿ ਖੁਦਾਵੰਦ ਯਿਸੂ ਮਸੀਹ ਦਾ ਜਿਹੜਾ ਬ੍ਰਦਰ ਸੀ ਯਾਕੂਬ, ਉਹਨੇ ਯਾਕੂਬ ਦਾ ਖਤ ਲਿਖਿਆ ਜੀ। ਸੋ ਗੱਲ ਅਸੀਂ ਬ੍ਰਦਰ ਜੀ ਕਰਨ ਡਏ ਹਾਂ ਕਿ ਯਾਨੀ ਉਹਦੇ ਜੀ ਉੱਠਣ ਦੇ ਵਿੱਚ ਇੰਨੀ ਕੁ ਪਾਵਰ ਹੈ, ਜਾਂ ਉਹਦਾ ਜੀ ਉੱਠਣਾ ਜਿਹੜਾ ਉਹ ਇੰਨਾ ਪਾਵਰਫੁਲ ਹੈ ਕਿ ਉਹਦੇ ਭਰਾ ਜਿਹੜੇ ਉਹਨੂੰ ਨਹੀਂ ਸਨ ਮੰਨਦੇ, ਉਹਨੂੰ ਰੋਕਦੇ ਸਨ ਇਸ ਕੰਮ ਤੋਂ, ਉਹਨਾਂ ਵੀ ਉਹਨੂੰ ਕਬੂਲ ਕਰ ਲਿਆ। ਔਰ ਉਹ ਇਹਦੇ ਬਾਰੇ 'ਚ ਕਿਹਨੂੰ ਕਹਿੰਦੇ ਨੇ ਕਿ ਉਹਨਾਂ ਨੇ ਉਹਦੇ ਜੀ ਉੱਠਣ ਦੀ ਵਜ੍ਹਾ ਤੋਂ, ਉਹਦੀ ਤਸਲੀਬੋ ਕਿਆਮਤ ਦੀ ਵਜ੍ਹਾ ਤੋਂ ਉਹਨਾਂ ਨੇ ਖੁਦਾਵੰਦ ਯਿਸੂ ਮਸੀਹ ਨੂੰ ਕਬੂਲ ਕਰ ਲਿਆ। ਸੋ ਅਸੀਂ ਇਹ ਗੱਲ ਕਰ ਰਹੇ ਸਾਂ ਤੇ ਜ਼ਿਕਰ ਕਰ ਰਹੇ ਸਾਂ ਕਿ ਉਹਦਾ ਜੀ ਉੱਠਣਾ ਜਿਹੜਾ ਉਹ ਕਿੰਨਾ ਪਾਵਰਫੁਲ ਹੈ ਔਰ ਕਿੰਨੀ ਵੱਡੀ ਗੱਲ ਹੈ ਕਿ ਉਹ ਜੀ ਉੱਠਿਆ। ਸੋ ਤੁਹਾਡੇ ਇਹਦੇ ਬਾਰੇ 'ਚ ਕੋਈ ਖਿਆਲ ਹੋਏ ਕਿ ਕਿਉਂ ਇਹ ਜਿਹੜਾ ਉਹਦਾ ਜੀ ਉੱਠਣਾ ਹੈ ਇਹ ਦੂਸਰਿਆਂ ਲਈ ਬਰਕਤ ਦਾ ਬਾਇਸ ਹੈ, ਦੂਸਰਿਆਂ ਲਈ ਇੱਕ ਬੜੀ ਪਾਵਰਫੁਲ ਚੀਜ਼ ਹੈ, ਔਰ ਸਾਡੇ ਲਈ ਵੀ ਅੱਜ ਇਹ ਪਾਵਰਫੁਲ ਚੀਜ਼ ਹੈ। ਹਾਂਜੀ ਜੀ ਬ੍ਰਦਰ ਜੀ। ਹਾਂਜੀ ਪਾਸਟਰ ਜੀ, ਪ੍ਰਭੂ ਯਿਸੂ ਮਸੀਹ ਦਾ ਜੀ ਉੱਠਣਾ ਜਿਹੜਾ ਹੈ ਉਹ ਬਹੁਤ ਪਾਵਰਫੁਲ ਹੈ, ਕਿਉਂਕਿ ਜੇ ਪ੍ਰਭੂ ਯਿਸੂ ਮਸੀਹ ਨਾ ਜੀ ਉੱਠਦੇ ਤੇ ਅੱਜ ਅਸੀਂ ਵੀ ਇਸ ਤਰ੍ਹਾਂ ਦੇ ਨਾਲ ਬੈਠ ਕੇ ਇਹ ਗੱਲਬਾਤ ਜਿਹੜੀ ਹੈ ਉਹ ਨਹੀਂ ਕਰਦੇ। ਜੀ ਜੀ, ਈਵਨ ਡਾਕਟਰ ਸਾਹਿਬ ਨੇ ਜਿੱਦਾਂ ਮੈਂਸ਼ਨ ਕੀਤਾ ਕਿ ਇਹਦੇ ਭਰਾ ਜਿਹੜੇ ਸਨ ਇਹਦੇ ਨਾਲ ਕੰਸਰਨਡ ਸਨ, ਪਰ ਉਹ ਜਿਹੜੇ ਆ ਉਹ ਮੰਨਦੇ ਨਹੀਂ ਸਨ ਕਿ ਜੋ ਕੁਛ ਇਹ ਕਰ ਰਿਹਾ ਹੈ, ਜੀ ਜੀ, ਜੋ ਉਹ ਪਰਮੇਸ਼ਵਰ ਦੇ ਵੱਲੋਂ ਆਇਆ ਸੀ, ਪਰਮੇਸ਼ਵਰ ਦਾ ਸਰੂਪ ਸੀ ਜੀ, ਤੇ ਪਰਮੇਸ਼ਵਰ ਦੇ ਪਲਾਨ ਦੇ ਥੱਲੇ, ਉਹਦੇ ਮਿਸ਼ਨ ਦੇ ਥੱਲੇ ਉਹ ਸਾਰੇ ਕੰਮ ਕਰ ਰਿਹਾ ਸੀ ਜੀ। ਈਵਨ ਚੇਲੇ ਜਿਹੜੇ ਸੀ, ਜਿਹੜੇ ਉਹਦੇ ਨਾਲ ਸਨ, ਜੀ, ਜਿਨ੍ਹਾਂ ਨੇ
ਪ੍ਰਭੂ ਯਿਸੂ ਮਸੀਹ ਦੇ ਨਾਲ 3 ਸਾਲ ਅਰਾਊਂਡ ਜਿਹੜਾ ਹੈ ਉਹ ਕੰਮ ਕੀਤਾ। ਜਗ੍ਹਾ ਜਗ੍ਹਾ ਤੇ ਉਹ ਗਏ ਜੀ ਜਗ੍ਹਾ ਜਗ੍ਹਾ ਤੇ ਉਹਨਾਂ ਨੇ ਰੋਗੀਆਂ ਨੂੰ ਜਿਹੜਾ ਹੈ ਚੰਗਾ ਕੀਤਾ। ਜਿਹੜੇ ਬਦਰੂਆਂ ਦੇ ਨਾਲ ਜਕੜੇ ਹੋਏ ਸਨ ਉਹਨਾਂ ਨੂੰ ਸ਼ਿਫਾ ਜਿਹੜੀ ਹੈ ਉਹ ਮਿਲੀ, ਰਿਲੀਜ਼ ਹੋਏ ਉਹ ਡੀਮਨਸ ਦੇ ਵਿੱਚੋਂ। ਜੀ ਅੰਧਿਆਂ ਨੂੰ ਅੱਖਾਂ ਮਿਲੀਆਂ ਤੇ ਮੁਰਦੇ ਜਿਹੜੇ ਆ ਉਹ ਜਿੰਦਾ ਹੋਏ ਪ੍ਰਭੂ ਯਿਸੂ ਮਸੀਹ ਦੇ ਦੁਆਰਾ। 3 ਜਿਹੜੇ ਨੇ ਉਹ ਮੈਂਸ਼ਨ ਕੀਤੇ ਨੇ ਬਾਈਬਲ ਦੇ ਵਿੱਚ। ਇੱਕ ਨੈਣ ਵਿਧਵਾ ਦਾ ਬੇਟਾ ਜਿਹਨੂੰ ਲੈ ਕੇ ਚੱਲ ਰਹੇ ਸਨ, ਜਾਇਰਸ ਦੀ ਬੇਟੀ, ਲਾਜ਼ਰ ਜਿਹੜਾ 4 ਦਿਨ ਤੋਂ ਮੁਰਦਾ ਸੀ। ਇਹ ਸਭ ਕੁਝ ਉਹਨਾਂ ਨੇ ਵੇਖਿਆ ਹੀ। ਜੀ ਜੀ ਤੇ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਕ੍ਰੂਸੀਫਿਕੇਸ਼ਨ ਦੇ ਦਿੱਤਾ ਗਿਆ, ਪ੍ਰਭੂ ਯਿਸੂ ਮਸੀਹ ਕ੍ਰੂਸੀਫਾਈ ਹੋ ਗਿਆ, ਤੇ ਉਹ ਵੀ ਜਿਹੜਾ ਸੀ ਉਹ ਡਾਊਟ ਕਰਨ ਲੱਗ ਗਏ। ਸਹੀ। ਉਹ ਕਹਿੰਦੇ ਕਿ ਹੁਣ ਜਿਹੜੀ ਸਟੋਰੀ ਹੈਗੀ ਆ, ਇਹ ਜਿਹੜੀ ਕਹਾਣੀ ਆ ਉਹ ਖਤਮ ਹੋ ਗਈ। ਤੇ ਜਦੋਂ ਪ੍ਰਭੂ ਯਿਸੂ ਮਸੀਹ ਜਿਉਂਦਾ ਹੋਏ ਨੇ, ਜਿਉਂਦਾ ਹੋ ਕੇ ਉਹ ਸਭ ਤੋਂ ਪਹਿਲਾਂ ਔਰਤਾਂ ਨੂੰ ਜਿਹੜਾ ਹੈ ਉਹ ਦਿਖਾਈ ਦਿੱਤੇ ਨੇ। ਤੇ ਔਰਤਾਂ ਉੱਥੇ ਚੁੱਪ ਨਹੀਂ ਰਹੀਆਂ। ਔਰਤਾਂ ਨੇ ਜਾ ਕੇ ਡਿਸਾਈਪਲਸ ਨੂੰ ਜਿਹੜਾ ਹੈ, ਚੇਲਿਆਂ ਨੂੰ ਫਿਰ ਖਬਰ ਦਿੱਤੀ ਕਿ ਪ੍ਰਭੂ ਯਿਸੂ ਮਸੀਹ ਜਿਹੜਾ ਹੈ ਉਹ ਜੀ ਉੱਠਿਆ, ਉਹ ਸਾਨੂੰ ਮਿਲਿਆ ਹੈ। ਸਹੀ। ਉਹਨਾਂ ਨੇ ਉਹ ਗੱਲ ਦੇ ਉੱਤੇ ਫਿਰ ਯਕੀਨ ਨਹੀਂ ਕੀਤਾ, ਫਿਰ ਗਏ ਉਹ ਕਬਰ ਤੇ ਦੇਖਣ ਲਈ, ਤੇ ਕਬਰ ਜਿਹੜੀ ਸੀ ਉਹ ਖਾਲੀ ਸੀ। ਸਹੀ। ਉਹਦੇ ਬਾਅਦ ਵੀ 40 ਦਿਨ ਤੱਕ ਪ੍ਰਭੂ ਯਿਸੂ ਮਸੀਹ ਜਿਹੜਾ ਹੈ ਅਲੱਗ-ਅਲੱਗ ਜਗ੍ਹਾ ਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਨਾਲ ਆਪਣੇ ਚੇਲਿਆਂ ਨੂੰ ਤੇ ਦੂਸਰਿਆਂ ਨੂੰ ਜਿਹੜਾ ਉਹ ਮਿਲਿਆ। ਹਾਂਜੀ ਜੀ। ਇਹ ਜਿਹੜੀ ਜੀ ਉੱਠਣ ਦੇ ਬਾਅਦ, ਰੈਜ਼ੋਰੈਕਸ਼ਨ ਦੇ ਬਾਅਦ ਜਦੋਂ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਮਿਲਿਆ ਹੈ, ਤੇ ਫਿਰ ਉਹਨਾਂ ਦੇ ਵਿੱਚ ਜਿਹੜੀ ਹੈ ਨਾ ਉਹ ਦੁਬਾਰਾ ਜਿਹੜੀ ਹੈ ਜਾਗਰਤੀ, ਇੱਕ ਨਵੀਂ ਸੋਚ ਜਿਹੜੀ ਆ ਉਹ ਦੁਬਾਰਾ ਜਿਹੜੀ ਆ ਉਹ ਉੱਠੀ। ਈਵਨ ਪਤਰਸ ਜਿਹੜਾ ਜਿਹਨੇ ਕਿਹਾ ਸੀ ਕਿ ਤੂੰ ਮਸਾਇਆ ਹੈ ਨਾ, ਤੂੰ ਪਰਮੇਸ਼ਵਰ ਦੇ ਵੱਲੋਂ ਮਸਾ ਕੀਤਾ ਹੋਇਆ ਆਇਆ, ਤੂੰ ਪ੍ਰਭੂ ਆ, ਤੇ ਉਹਨੇ ਉਹਦਾ ਇਨਕਾਰ ਕੀਤਾ ਸੀ 3 ਵਾਰੀ। ਜੀ ਜੀ। ਤੇ ਪ੍ਰਭੂ ਯਿਸੂ ਮਸੀਹ ਫਿਰ ਉਹਨੂੰ ਯੂਹੰਨਾ ਦੇ ਅੰਜੀਲ ਦੇ ਵਿੱਚ ਆਖਰੀ ਬਾਬ ਦੇ ਵਿੱਚ ਉਹਨੂੰ ਕਹਿੰਦਾ ਹੈ 21 ਦੇ ਵਿੱਚ, ਉਹਨੂੰ 3 ਵਾਰੀ ਉਹਨੂੰ ਫਿਰ ਦੁਬਾਰਾ ਪੁੱਛਦਾ ਹੈਗਾ। ਉਹ ਪਤਰਸ ਨੂੰ ਕਹਿੰਦਾ ਹੈ ਕਿ ਤੂੰ ਕੀ ਮੈਨੂੰ ਸਭ ਨਾਲ ਵੱਧ ਪਿਆਰ ਕਰਦਾ? ਉਹ ਕਹਿੰਦਾ ਪ੍ਰਭੂ ਤੂੰ ਜਾਣਦਾ। ਕਹਿੰਦਾ ਤੂੰ ਮੇਰੀਆਂ ਭੇਡਾਂ ਨੂੰ ਚਾਰ। ਬਿਲਕੁਲ। ਫਿਰ ਉਹ ਲੇਲਿਆਂ ਦੀ ਬਾਰੀ ਗੱਲ ਕਰਦਾ ਹੈ। ਫਿਰ ਉਹਨਾਂ ਨੂੰ ਕਹਿੰਦਾ ਹੈ, ਫਿਰ ਤੀਜੀ ਵਾਰੀ ਕਹਿੰਦਾ ਇਹਨਾਂ ਨੂੰ ਪ੍ਰੋਟੈਕਟ ਕਰ। ਇਹ ਸਾਰਾ ਕੁਝ ਰੈਜ਼ੋਰੈਕਸ਼ਨ ਦੇ ਬਾਅਦ ਹੋਇਆ। ਜਦੋਂ ਇਹ ਸਭ ਕੁਝ ਇਹ ਹੋਇਆ ਰੈਜ਼ੋਰੈਕਸ਼ਨ ਦੇ ਬਾਅਦ, ਫਿਰ ਉਹ ਜਿਹੜੇ ਆ ਉਹਨਾਂ ਦੇ ਦਿਲ ਜਿਹੜੇ ਆ ਹਕੀਕਤ ਦੇ ਵਿੱਚ ਪਤਰਸ ਦਾ ਜਿਹੜਾ ਹੈ ਨਾ ਉਹ ਪੂਰਾ ਲੱਗ ਗਿਆ ਕਿ ਹਾਂ ਵੀ ਇਹ ਹੀ ਪਰਮੇਸ਼ਵਰ ਹੈਗਾ ਹੈ। ਬਿਲਕੁਲ ਬਿਲਕੁਲ। ਤੇ ਫਿਰ ਉਸੇ ਹੀ ਪਾਵਰ ਦੇ ਨਾਲ ਫਿਰ ਉਹਨੇ ਅੱਗੇ ਜਿਹੜਾ ਹੈ ਉਹ ਕੰਮ ਕੀਤਾ। ਸਹੀ। ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਮੇਰੇ ਜ਼ਿਹਨ 'ਚ ਇੱਕ ਗੱਲ ਆ ਰਹੀ ਸੀ ਕਿ ਬਾਅਦ ਸ਼ਾਗਿਰਦ ਜਦੋਂ ਕੰਮ ਸ਼ੁਰੂ ਕੀਤਾ, ਇਮਾਲ ਦੀ ਕਿਤਾਬ ਦੀ ਜ਼ਿਕਰ ਹੈ ਜੀ। 5ਵਾਂ ਬਾਬ ਤੇ ਉਹਦੀ 33 ਆਇਤ ਤੋਂ ਅਗਰ ਪੜ੍ਹੀਏ ਅਸੀਂ, ਬ੍ਰਦਰ ਜੀ ਤੁਸੀਂ ਪੜ੍ਹੋ ਇਹ, ਕਿਉਂਕਿ ਕਿਹਨੂੰ ਕਹਿੰਦੇ ਨੇ, ਯਾਨੀ ਸ਼ਾਗਿਰਦ ਜਿਹੜੇ ਨੇ ਉਹ ਫੜੇ ਗਏ ਨੇ ਤੇ ਉਹਨਾਂ ਨੂੰ ਜਿਹੜੇ ਫੱਕੀ ਫਰੀਸੀ ਉਹਨਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ। ਮੈਂ ਜ਼ਿਕਰ ਕਰਨਾ ਚਾਹੁੰਦਾ ਕਿ ਯਾਨੀ ਇਹ ਜੋ ਕੁਝ ਵੀ ਹੋਇਆ ਇਹ ਖੁਦਾਵੰਦ ਦੇ ਵੱਲੋਂ ਹੋਇਆ। ਡਾਕਟਰ ਸਾਹਿਬ, ਬ੍ਰਦਰ ਜੀ ਪੜ੍ਹਿਓ ਜ਼ਰਾ 33 ਆਇਤ ਤੋਂ ਲੈ ਕੇ 38 ਆਇਤ ਤੱਕ। ਰਸੂਲਾਂ ਦੇ ਕਰਤੱਵ 5 ਅਧਿਆਏ 33 ਤੋਂ ਲੈ ਕੇ 38 ਤੱਕ। ਇਹ ਸੁਣ ਕੇ ਉਹ ਜਲ ਗਏ ਅਤੇ ਉਹਨਾਂ ਨੂੰ ਸਾਰ ਸੁੱਟਣ ਦੀ ਦਲੀਲ ਕੀਤੀ। ਪਰ ਗੈਮੀਅਲ ਨਾਮੇ ਇੱਕ ਫਰੀਸੀ ਨੇ, ਜੋ ਸ਼ਰਅ ਦਾ ਪੜ੍ਹਾਉਣ ਵਾਲਾ ਸੀ ਅਤੇ ਸਭਨਾ ਲੋਕਾਂ ਵਿੱਚ ਪਤਵੰਤਾ ਸੀ, ਮਹਾਂਸਭਾ ਵਿੱਚ ਉੱਠ ਕੇ ਹੁਕਮ ਕੀਤਾ ਭਈ ਇਹਨਾਂ ਮਨੁੱਖਾਂ ਨੂੰ ਰਤੀ ਕੋ ਬਾਹਰ ਕਰ ਦਿਓ। ਤਾਂ ਉਸਨੇ ਉਹਨਾਂ ਨੂੰ ਆਖਿਆ ਕਿ ਹੇ ਇਸਰਾਇਲੀ ਲੋਕੋ, ਖਬਰਦਾਰ ਰਹੋ, ਜੋ ਤੁਸੀਂ ਇਹਨਾਂ ਮਨੁੱਖਾਂ ਨਾਲ ਕੀ ਕਰਨਾ ਚਾਹੁੰਦੇ ਹੋ, ਕਿਉਂ ਜੋ ਇਹਨਾਂ ਦਿਨਾਂ ਤੋਂ ਅੱਗੇ ਥੀਓਦਾਸ ਉੱਠਿਆ ਅਤੇ ਕਹਿਣ ਲੱਗਾ ਭਈ ਮੈਂ ਕੁਛ ਹਾਂ, ਅਤੇ ਗਿਣਤੀ ਵਿੱਚ 400 ਆਦਮੀ ਉਸ ਦੇ ਨਾਲ ਰਲ ਗਏ। ਸੋ ਉਹ ਮਾਰਿਆ ਗਿਆ ਔਰ ਸਭਾ
ਜੋ ਉਹਨੂੰ ਮੰਨਦੇ ਸਨ ਖਿੰਡ ਖੁੰਡਾ ਗਏ ਅਤੇ ਬੇਠਿਕਾਣੇ ਹੋ ਗਏ। ਇਹਦੇ ਪਿੱਛੋਂ ਮਰਦਮਸ਼ੁਮਾਰੀ ਦੇ ਦਿਨਾਂ ਵਿੱਚ ਯਹੂਦਾ ਗਲੀਲੀ ਉੱਠਿਆ ਅਤੇ ਜੀ ਲੋਕਾਂ ਨੂੰ ਆਪਣੇ ਮਗਰ ਲਾ ਲਿਆ। ਉਹਦਾ ਵੀ ਨਾਸ ਹੋਇਆ, ਪਰ ਜਿੰਨੇ ਉਹਨੂੰ ਮੰਨਦੇ ਸਨ ਸਭ ਛਿਨ ਭਿੰਨ ਹੋ ਗਏ। ਜੀ ਅਤੇ ਹੁਣ ਮੈਂ ਤੁਹਾਨੂੰ ਆਖਦਾ ਹਾਂ ਭਈ ਇਹਨਾਂ ਮਨੁੱਖਾਂ ਤੋਂ ਲਾਂਭੇ ਹੋਵੋ ਅਤੇ ਇਹਨਾਂ ਨੂੰ ਜਾਣ ਦਿਓ, ਕਿਉਂ ਜੋ ਇਹ ਮਤ ਔਰ ਇਹ ਕੰਮ ਆਦਮੀਆਂ ਦੇ ਵੱਲੋਂ ਹੈ ਤਾਂ ਨਸ਼ਟ ਹੋ ਜਾਊ। 39 ਵੀ ਪੜ੍ਹ ਦਿਓ, ਹਾਂਜੀ, ਅਗਲੀ ਪਰ ਆਇਤ। ਜੇ ਪਰਮੇਸ਼ਰ ਦੇ ਵੱਲੋਂ ਹੈ ਤਾਂ ਤੁਸੀਂ ਉਹਨਾਂ ਨੂੰ ਨਸ਼ਟ ਨਹੀਂ ਕਰ ਸਕੋਗੇ, ਭਈ ਕਿਤੇ ਇਉਂ ਨਾ ਹੋਵੇ ਜੋ ਤੁਸੀਂ ਪਰਮੇਸ਼ਰ ਨਾਲ ਵੀ ਲੜਨ ਵਾਲੇ ਠਹਿਰੋ। ਬਹੁਤ ਅੱਛੇ ਜੀ ਹਾਂਜੀ। ਗੱਲ ਜਿਹੜੀ ਮੈਂ ਕਰਨਾ ਚਾਹ ਰਿਹਾ ਕਿ ਇਹ ਸ਼ਾਗਿਰਦ ਫੜੇ ਗਏ ਨੇ ਤੇ ਗੈਮਲੀਏਲ ਜਿਹੜਾ ਬਹੁਤ ਵੱਡਾ ਇੱਕ ਰਬੀ ਸਨ, ਲੇਕਿਨ ਜਿਹੜੇ ਵੱਡੇ ਉਸਤਾਦ ਸਨ ਉਹਨਾਂ ਨੂੰ ਰੱਬਾਨ ਕਿਹਾ ਜਾਂਦਾ ਸੀ। ਸੋ ਪਲੂਸ ਰਸੂਲ ਵੀ ਇਹਦੇ ਕੋਲ ਪੜਿਆ, ਯਾਨੀ ਇਹਦੀ ਸ਼ਾਗਿਰਦੀ ਚ ਰਿਹਾ। ਉਹ ਜ਼ਿਕਰ ਜੀ ਕਰਦਾ ਕਿ ਮੈਂ ਉਹਦਾ ਸ਼ਾਗਿਰਦ ਰਿਹਾ। ਕਿੰਨੀ ਖੂਬਸੂਰਤ ਗੱਲ ਉਹਨੇ ਕੀਤੀ ਕਿ ਦੋ ਉਹਨੇ ਮਿਸਾਲਾਂ ਦਿੱਤੀਆਂ ਨੇ ਗੈਮਲੀਏਲ ਨੇ, ਕਿ ਇੱਕ ਥਿਓਦਾਸ ਉੱਠਿਆ, 400 ਬੰਦੇ ਉਹਦੇ ਨਾਲ ਲੱਗੇ, ਕਿਉਂਕਿ ਖੁਦਾ ਵੱਲੋਂ ਨਹੀਂ ਸੀ ਤੇ ਤਿੱਤਰ ਵਿਖਰ ਗਏ, ਸਾਰੇ ਮਿਟ ਗਏ। ਉਹਦੇ ਬਾਅਦ ਜਦੋਂ ਮਰਦਮਸ਼ੁਮਾਰੀ ਹੋਣ ਡਈ ਸੀ, ਯਹੂਦਾ ਗਲੀਲੀ ਉੱਠਿਆ, ਠੀਕ ਹੈ, ਉਹਦੇ ਨਾਲ ਵੀ 200 ਬੰਦੇ ਲੱਗੇ, ਉਹ ਵੀ ਖੁਦਾ ਵੱਲੋਂ ਨਹੀਂ ਸੀ, ਉਹ ਵੀ ਤਿੱਤਰ ਬਿੱਤਰ ਹੋ ਗਏ, ਉਹ ਵੀ ਖਿੱਲਰ ਖਿਲਾ ਗਏ। ਤੋ ਕਹਿਣ ਲੱਗਾ ਕਿ ਇਹਨਾਂ ਤੋਂ ਤੁਸੀਂ ਕਿਨਾਰਾ ਕਰੋ, ਇਹ ਜਿਹੜੇ ਸ਼ਾਗਿਰਦ ਨੇ, ਕਿ ਅਗਰ ਤੇ ਖੁਦਾ ਵੱਲੋਂ ਹੈ ਤੇ ਤੁਸੀਂ ਇਹਨਾਂ ਤੇ ਗਾਲਬ ਨਹੀਂ ਆ ਸਕਦੇ, ਠੀਕ ਹੈ। ਤੇ ਅਗਰ ਖੁਦਾ ਵੱਲੋਂ ਨਹੀਂ ਹੈ ਤੇ ਫਿਰ ਕੀ ਹੈ, ਤੁਸੀਂ ਇਹਨੂੰ ਕਾਬੂ 'ਚ ਨਹੀਂ ਕਰ ਸਕਦੇ, ਠੀਕ ਹੈ। ਗੱਲ ਮੈਂ ਜਿਹੜੀ ਕਰਨਾ ਚਾਹ ਰਿਹਾ ਉਹ ਇਹ ਵੇ ਕਿ ਇਹ ਵਾਕਈ, ਯਾਨੀ ਇਹ ਮਿਸਾਲ ਜਿਹੜੀ ਬੜੀ ਖੂਬਸੂਰਤ ਹੈ ਕਿ ਅਗਰ ਇਹ ਖੁਦਾ ਵੱਲੋਂ ਨਹੀਂ ਤੇ ਆਪ ਹੀ ਖਤਮ ਹੋ ਜਾਏਗਾ, ਲੇਕਿਨ ਅਗਰ ਖੁਦਾ ਵੱਲੋਂ ਹੈ ਤੇ ਤੁਸੀਂ ਇਹਨੂੰ ਰੋਕ ਨਹੀਂ ਸਕਦੇ ਜੀ। ਔਰ ਅੱਜ ਵੇਖੋ 2000 ਸਾਲ ਹੋ ਗਏ ਨੇ, ਕਿੰਨੀ ਕ੍ਰਿਸਚੀਅਨਿਟੀ ਨੂੰ ਕਿਨ ਕਹਿੰਦੇ ਨੇ ਗਾਲਬ ਹੋਣ ਦੀ ਕੋਸ਼ਿਸ਼ ਕੀਤੀ ਗਈ ਉਹਦੇ ਤੇ। ਅੱਜ ਸ਼ਾਇਦ ਤੁਸੀਂ YouTube ਖੋਲੋ ਜਾਂ ਕ੍ਰਿਸਚੀਅਨਿਟੀ ਦੇ ਖਿਲਾਫ ਕਿੰਨੀਆਂ ਗੱਲਾਂ ਕੀਤੀਆਂ, ਲੇਕਿਨ ਖੁਦਾ ਦਾ ਸ਼ੁਕਰ ਹੈ ਕਿਉਂਕਿ ਖੁਦਾ ਵੱਲੋਂ ਸੀ ਤੇ ਅੱਜ ਵੀ ਕਿਹਨੂੰ ਕਹਿੰਦੇ ਨੇ ਇਹ ਕੰਮ ਜਿਹੜਾ ਉਹਦੀ ਕਲੀਸਿਆ ਜਿਹੜੀ ਹੈ ਉਹ ਜਾਰੀ ਹੈ, ਉਹ ਜਾਣ ਡਈ, ਉਹ ਉਸ ਤਰ੍ਹਾਂ ਹੀ ਕਾਇਮ ਹੈ। ਸੋ ਮੈਂ ਸਮਝਣਾ ਕਿ ਇਹ ਇੱਕ ਬੜੀ ਵੱਡੀ ਸਾਡੇ ਲਈ ਸਬੂਤ ਹੈ ਇਸ ਗੱਲ ਦਾ ਕਿ ਵਾਕਈ ਇਹ ਜੋ ਕੁਝ ਸਾਰਾ ਕੁਝ ਹੋਇਆ, ਯਾਨੀ ਉਹਦੀ ਤਸਲੀਬ, ਕਿਆਮਤ, ਉਹਦਾ ਜੀ ਉੱਠਣਾ, ਉਹਦਾ ਅਸਮਾਨ ਤੇ ਅਸੈਂਸ਼ਨ ਜਾਣਾ, ਇਹ ਸਾਰਾ ਕੁਝ ਖੁਦਾ ਵੱਲੋਂ ਪਲਾਨ ਸੀ। ਔਰ ਅੱਜ ਇਸੇ ਲਈ ਖੁਦਾਵੰਦ ਦੀ ਕਲੀਸਿਆ ਜਿਹੜੀ ਮੌਜੂਦ ਹੈ। ਜੀ ਡਾਕਟਰ ਸਾਹਿਬ, ਤੁਸੀਂ ਕੁਝ ਕਹਿਣਾ ਚਾਹੋ? ਹਾਂਜੀ, ਮੈਂ ਐਡ ਹੀ ਕਰਾਂਗਾ ਕਿ ਖੁਦਾ ਦੀ ਮਰਜ਼ੀ, ਜਦੋਂ ਤੁਸੀਂ ਐਂਡ ਚ ਜਿਹੜੀ ਤੁਸੀਂ ਵਰਸ 39 ਜਿਹੜੀ ਪੜ੍ਹੀ, ਜੀ ਜੀ ਕਿ ਜੇ ਤੁਸੀਂ ਇਹ ਖੁਦਾ ਦੇ ਵੱਲੋਂ ਨਹੀਂ, ਰਾਈਟ, ਬਿਲਕੁਲ ਫਿਰ ਤਾਂ ਤਿੱਤਰ ਬਿੱਤਰ ਹੋ ਗਏ। ਤੇ ਜੇ ਖੁਦਾ ਵੱਲੋਂ ਹਾਂ, ਇਹ ਨਾ ਹੋਵੇ ਕਿ ਅਸੀਂ ਖੁਦਾ ਦੇ ਨਾਲ ਹੀ ਲੜਾਈ ਲੜ ਪਈਏ। ਹਾਂਜੀ, ਮਤੱਕਾ ਤੇ ਖੁਦਾ ਨੇ ਲੱਗਣਾ ਨਾ, ਰਾਈਟ, ਕਿਉਂਕਿ ਹਾਂਜੀ ਇਹ ਖੁਦਾ ਦਾ ਇੰਤਜ਼ਾਮ ਹੈ, ਖੁਦਾ ਦੇ ਵੱਲੋਂ ਹੈ। ਤੇ ਇਹ ਨਾ ਹੋਵੇ ਕਿ ਤੁਸੀਂ ਹੁਣ ਦੇਖੋ, ਇਹ ਇੱਕ ਬਹੁਤ ਵੱਡਾ ਡਿਫਰੈਂਸ ਆਇਆ, ਜੀ ਰਾਈਟ। ਜਿਊਜ਼ ਜਿੰਨੇ ਵੀ ਪਹਿਲਾਂ ਨਬੀ ਆਏ, ਠੀਕ ਹੈ, ਕਿਉਂਕਿ ਉਹ ਮਰ ਗਏ, ਦਫਨ ਹੋ ਗਏ, ਕਹਾਣੀ ਖਤਮ ਹੋ ਗਈ, ਨया ਨਬੀ ਭੇਜ ਦਿੱਤਾ ਗਿਆ, ਉਹਨੇ ਪ੍ਰਚਾਰ ਕੀਤਾ, ਉਹਨੇ ਰਿਪੈਂਟੈਂਸ ਦੀ ਗੱਲ ਕੀਤੀ, ਤੇ ਇਹ ਸਾਰੀਆਂ ਗੱਲਾਂ ਹੋਈਆਂ, ਠੀਕ ਹੈ। ਜੀ ਤੇ ਫਿਰ ਪਰ ਜੀਸਸ ਜਦੋਂ ਦੀ ਰੈਜ਼ਰੈਕਸ਼ਨ ਤੋਂ ਬਾਅਦ ਦੀ ਹੁਣ ਸਟੇਟਮੈਂਟ ਜਿਹੜੀ ਹੈ ਉਹ ਚੇਂਜ ਹੋ ਗਈ। ਜੀ ਹੁਣ ਇਸ ਗੱਲ ਨੂੰ ਡਾਊਟ ਕਰਨ ਲੱਗੇ ਕਿ ਜਿਊਸ ਆਪੇ ਹੀ, ਕਿ ਐਡਾ ਵੱਡਾ ਪੜ੍ਹਿਆ ਲਿਖਿਆ ਵਿਦਵਾਨ ਆਦਮੀ, ਉਹਨੂੰ ਸਭ ਕੁਝ ਪਤਾ ਸੀ ਕਿ ਕਿੰਨੇ ਨਬੀ ਆਏ, ਕਿੰਨੇ ਗਏ, ਕਿੰਨੇ ਅਸੀਂ ਮਾਰਤੇ, ਕਿੰਨੇ ਜੀ ਅਸੀਂ ਭਜਾਤੇ, ਕਿੰਨਿਆਂ ਨੂੰ ਅਸੀਂ ਨਹੀਂ ਮੰਨਿਆ। ਹੂੰ ਇਸ ਵਾਰੀ ਹੁਣ ਉਹ ਕਹਿੰਦਾ ਹੈ ਕਿ ਇਹ ਨਾ ਹੋਵੇ ਕਿ ਅਸੀਂ ਰੱਬ ਦੇ ਨਾਲ ਹੀ ਲੜਾਈ ਝਗੜਾ ਕਰ ਲਈਏ। ਹਾਂਜੀ ਜੀ ਯਾਨੀ ਬਿਲਕੁਲ ਕਿ ਐਦ ਕੀ ਪਹਿਲੀ ਵਾਰੀ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਇਹ ਜਿਹੜੀ ਖੁਦਾ ਜੀਸਸ ਦਾ ਜਿਹੜਾ ਆਣਾ ਔਰ ਉਹਦੀ ਰੈਜ਼ਰੈਕਸ਼ਨ ਜਿਹੜੀ ਹੈ, ਇਹ ਖੁਦਾ ਦਾ ਇੰਤਜ਼ਾਮ ਹੈ। ਇਹਦੇ ਨਾਲ ਆਪਾਂ ਹੁਣ ਪੰਗਾ ਨਹੀਂ ਲੈ ਸਕਦੇ। ਯਾਨੀ ਹਾਂਜੀ ਕਿ ਵੀ ਬਿਲਕੁਲ ਕੈਨੋਟ ਟੇਕ ਐਨੀ, ਮੈਂ ਬੜਾ ਨਾਰਮਲ ਜੀ ਲੈਂਗੁਏਜ ਇਸਤੇਮਾਲ ਕੀਤੀ ਹੈ, ਪੰਗਾ ਹੀ ਲੈ ਸਕਦੇ, ਰਾਈਟ, ਕਿ ਵੀ ਕੈਨੋਟ ਹੈਵ ਐਨੀ confrontation now against this what has happened. So this ਹਾਂਜੀ is a big difference from what they were thinking before.
ਔਰ ਆਈ ਥਿੰਕ ਪੌਲੁਸ ਵੀ ਇਸ ਗੱਲ ਦਾ ਐਗਜ਼ਾਮਪਲ ਹੈ ਸਾਡੇ ਸਾਹਮਣੇ। ਬਹੁਤ ਵਿਦਵਾਨ ਆਦਮੀ, ਪੜ੍ਹਿਆ ਲਿਖਿਆ ਐਂਡ ਹਾਈ ਕਲਾਸ ਐਜੂਕੇਟਡ ਸੀਗਾ ਉਹ ਬੰਦਾ, ਜੀ ਜਿਹਨੇ ਹੀ ਟੋਟਲੀ ਕਨਵਰਟਡ ਹਿਮਸੈਲਫ। ਸਹੀ, ਬਹੁਤ ਅੱਛਾ ਜੀ, ਬਹੁਤ ਸ਼ੁਕਰੀਆ। ਗੱਲ ਜਿਹੜੀ ਅਸੀਂ ਕਰਨੇ ਆ ਉਹ ਇਹ ਵੇ ਕਿ ਇਹ ਸਾਰਾ ਕੁਛ ਯਾਨੀ ਖੁਦਾਵੰਦ ਯਿਸੂ ਮਸੀਹ ਦਾ ਇਸ ਦੁਨੀਆ 'ਚ ਆਉਣਾ, ਉਹਦਾ ਕਿਹਨੂੰ ਕਹਿੰਦੇ ਨੇ, ਉਹਦੀ ਖਿਦਮਤ, ਉਹਦੇ ਕੰਮ, ਉਹਦੇ ਜਿਹੜੇ ਕਿਹਨੂੰ ਕਹਿੰਦੇ 3.5 ਸਾਲ ਉਹਨੇ ਖਿਦਮਤ ਕੀਤੀ ਇਸ ਜ਼ਮੀਨ ਤੇ, ਉਹਦੇ ਬਾਅਦ ਉਹਦੀ ਮਸਲੂਬੀਅਤ, ਉਹਦਾ ਜੀ ਉੱਠਣਾ, ਉਹਦਾ ਅਸਮਾਨ ਤੇ ਉਠਾਇਆ ਜਾਣਾ, ਇਹ ਸਾਰਾ ਕੁਛ ਜਿਹੜਾ ਇਹ ਖੁਦਾ ਵੱਲੋਂ ਸੀ। ਤੇ ਜਦੋਂ ਇਹ ਖੁਦਾ ਵੱਲੋਂ ਹੈ ਤੇ ਸਾਨੂੰ ਇਸ ਗੱਲ ਤੇ ਈਮਾਨ ਰੱਖਣ ਦੀ ਜ਼ਰੂਰਤ ਹੈ ਕਿ ਅਸੀਂ ਜਦੋਂ ਖੁਦਾਵੰਦ ਯਿਸੂ ਮਸੀਹ ਦੇ ਨੇੜੇ ਜਾਂਦੇ ਆ ਜਾਂ ਉਹਨੂੰ ਕਬੂਲ ਕਰਨੇ ਆ, ਤੇ ਇਹਦਾ ਮਤਲਬ ਇਹ ਵੇ ਕਿ ਕਿਹਨੂੰ ਕਹਿੰਦੇ ਨੇ, ਅਸੀਂ ਖੁਦਾ ਦੇ ਕੰਮ ਜਿਹੜੇ ਨੇ, ਉਹ ਜੋ ਕੁਛ ਉਹਨੇ ਸਾਡੇ ਲਈ ਕੀਤਾ, ਅਸੀਂ ਉਹਦੇ ਤੇ ਮੋਹਰ ਲਾਉਂਦੇ ਆ ਕਿ ਵਾਕਈ ਇਹ ਖੁਦਾ ਵੱਲੋਂ ਹੈ। ਲਓ ਜੀ, ਬੜੀਆਂ ਸੋਹਣੀਆਂ ਗੱਲਾਂ ਹੋ ਰਹੀਆਂ ਨੇ, ਲੇਕਿਨ ਬ੍ਰੇਕ ਦਾ ਵਕਤ ਹੋਣ ਡਿਆ, ਸੋ ਅਸੀਂ ਇਹਦੇ ਬਾਅਦ, ਬ੍ਰੇਕ ਦੇ ਬਾਅਦ ਅਸੀਂ ਗੱਲ ਕਰਾਂਗੇ ਮਰੀਮ ਦੇ ਬਾਰੇ 'ਚ, ਕਿ ਮਰੀਮ ਦਾ ਕਿਰਦਾਰ ਕੀ ਰਿਹਾ ਜਦੋਂ ਖੁਦਾਵੰਦ ਯਿਸੂ ਮਸੀਹ ਇਸ ਦੁਨੀਆ 'ਚ ਸਨ, ਉਹਦੇ ਕਿਹਨੂੰ ਕਹਿੰਦੇ ਪੈਦਾ ਹੋਣ ਤੋਂ ਲੈ ਕੇ ਤੇ ਉਹਦੇ ਐਂਡ ਤੇ ਮਰਨ ਤੱਕ, ਤੇ ਇਹ ਅਸਮਾਨ ਤੇ ਉਠਾਏ ਜਾਣ ਦੇ ਬਾਅਦ ਵੀ ਉਹਦਾ ਕਿਹਨੂੰ ਕਹਿੰਦੇ ਨੇ ਅਸੀਂ ਰੋਲ ਵੇਖਦੇ ਹਾਂ, ਕਿਉਂਕਿ ਅਸੀਂ ਪੜ੍ਹਿਆ ਕਿ ਉਹ ਭਰਾਵਾਂ ਦੇ ਨਾਲ ਤੇ ਸ਼ਾਗਿਰਦਾਂ ਦੇ ਨਾਲ ਮਰੀਮ ਜਿਹੜੀ ਸੀ ਉਹ ਕਿਹਨੂੰ ਕਹਿੰਦੇ ਦੁਆ 'ਚ ਮਸ਼ਹੂਰ ਰਹਿੰਦੇ ਸਨ। ਸੋ ਆਈਏ ਅਸੀਂ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ ਤੇ ਉਹਦੇ ਬਾਅਦ ਫਿਰ ਹਾਜ਼ਰ ਹੁੰਦੇ ਹਾਂ। ਸ਼ੁਕਰੀਆ। ABN and Trinity Channel present an upcoming marathon premiering May 9th through the 13th. Hosted by Dr. Tim Rail, we will be focusing on studying and sharing God's Word. We will look forward to this marathon and hope you are as well. May God bless you. ABN Global is excited to report our expansion into 8 regions. With our team of great directors who are committed to spreading the gospel, ABN Global is flourishing. We are developing programming in China, Hong Kong, and Taiwan, as well as India, Sri Lanka, Pakistan, and Nepal, Central Asia, the Middle East, North Africa, Sub-Saharan Africa, North America, and Europe. With 3 major satellites, over 26 cable operators, and all other digital devices and platforms across the nations, we are excited to gain more land for the kingdom of God, as well as Chinese live talk shows, more cables to Africa, Iran, and Afghanistan, and more salvations and testimonies. We enjoy and praise God for the troubled waters and the seasons of growth and maturity, and ask that you pray for God's favor upon us. Praise His holy name. May God bless you richly. ਹਾਂਜੀ, ਬ੍ਰੇਕ ਦੇ ਬਾਅਦ ਫਿਰ ਤੁਹਾਡਾ ਸਵਾਗਤ ਕਰਨੇ ਆ। ਬ੍ਰੇਕ ਤੋਂ ਜਾਣ ਤੋਂ ਪਹਿਲੋਂ ਅਸੀਂ ਗੱਲਬਾਤ ਕਰ ਰਹੇ ਸਾਂ ਖੁਦਾਵੰਦ ਯਿਸੂ ਮਸੀਹ ਦੇ ਭਰਾਵਾਂ ਦੇ ਮੁਤਲਕ, ਕਿ ਯਾਨੀ ਜਦੋਂ
ਖੁਦਾਵੰਦ ਯਿਸੂ ਮਸੀਹ ਇਸ ਦੁਨੀਆ ਤੋਂ ਗਏ ਤੇ ਉਹਦੇ ਭਰਾ ਜਿਹੜੇ ਨੇ ਉਹਦੇ ਤੇ ਈਮਾਨ ਲਿਆਏ। ਮੈਂ ਦੱਸਿਆ ਸੀ ਤੁਹਾਨੂੰ ਕਿ ਅਸੀਂ ਹੁਣ ਜਿਹੜੀ ਗੱਲਬਾਤ ਹੈ ਉਹ ਮਰੀਮ ਦੇ ਬਾਰੇ 'ਚ ਕਰਾਂਗੇ, ਤੇ ਜਿਹੜੀ ਗੱਲ ਸ਼ੁਰੂ ਹੁੰਦੀ ਹੈ ਮਰੀਮ ਦੇ ਬਾਰੇ 'ਚ ਉਹ ਖੁਦਾਵੰਦ ਯਿਸੂ ਮਸੀਹ ਦੀ ਪੈਦਾਇਸ਼ ਤੋਂ ਹੁੰਦੀ ਹੈ, ਕਿ ਲਿਖਿਆ ਮੱਤੀ ਤੇ ਲੂਕਾ ਦੇ ਵਿੱਚ ਖੁਦਾਵੰਦ ਯਿਸੂ ਮਸੀਹ ਦੇ ਪੈਦਾ ਹੋਣ ਦਾ ਵਾਕਿਆ ਜਿਹੜਾ ਇਹ ਦੋ ਅੰਜੀਲਾਂ 'ਚ ਲਿਖਿਆ। ਲੇਕਿਨ ਇੱਕ ਹੋਰ ਗੱਲ ਦੱਸਾਂ ਕਿ ਖੁਦਾਵੰਦ ਯਿਸੂ ਮਸੀਹ ਦੇ ਮੌਤ, ਸਲੀਬੀ ਮੌਤ ਤੇ ਉਹਦਾ ਜੀ ਉੱਠਣਾ, ਇਹਦਾ 4 ਅੰਜੀਲਾਂ 'ਚ ਯਾਨੀ ਮੱਤੀ, ਮਰਕਸ, ਲੂਕਾ, ਯੋਹੰਨਾ 4 ਅੰਜੀਲਾਂ ਦੇ ਵਿੱਚ ਇਹਦਾ ਜ਼ਿਕਰ ਹੈ। ਸੋ ਇਸ ਲਈ ਪਹਿਲੀ ਗੱਲ ਇਹ ਕਿ ਇਹ ਬਹੁਤ ਵੱਡਾ ਵਾਕਿਆ, ਬੜੀ ਵੱਡੀ ਕੁਦਰਤ ਹੈ ਕਿ ਖੁਦਾਵੰਦ ਯਿਸੂ ਮਸੀਹ ਸਲੀਬ ਤੇ ਚੜਾਏ ਗਏ, ਉਹਨਾਂ ਦੀ ਡੈਥ ਹੋਈ ਤੇ ਉਹਦੇ ਬਾਅਦ ਉਹ ਜੀ ਉੱਠੇ ਤੇ ਉਹਦੇ ਬਾਅਦ ਅਸਮਾਨ ਤੇ ਉਠਾਏ ਗਏ। ਸੋ ਗੱਲ ਕਰ ਰਹੇ ਹਾਂ ਅਸੀਂ ਮਰੀਮ ਦੀ, ਕਿ ਮਰੀਮ ਜਿਹੜੀ ਹੈ ਉਹ ਖੁਦਾਵੰਦ ਯਿਸੂ ਮਸੀਹ ਦੀ ਮਾਂ ਸੀ। ਔਰ ਅਸੀਂ ਮੱਤੀ ਦੀ ਇੰਜੀਲ ਜਾਂ ਲੂਕਾ ਦੀ ਇੰਜੀਲ 'ਚ ਪੜ੍ਹੀਏ ਤੇ ਉਹਦੀ ਮੰਗਣੀ ਜਿਹੜੀ ਹੈ ਉਹ ਯੂਸਫ ਦੇ ਨਾਲ ਹੋਈ। ਲੇਕਿਨ ਜ਼ਿਕਰ ਹੈ ਕਿ ਉਹ ਖੁਦਾ ਦੀ ਕੁਦਰਤ ਨਾਲ ਹਾਮਲਾ ਪਾਈ ਗਈ ਤੇ ਉਹਨੂੰ ਦੱਸਿਆ ਗਿਆ ਕਿ ਤੇਰੇ ਬੇਟਾ ਹੋਏਗਾ ਤੇ ਤੂੰ ਉਹਦਾ ਨਾਂ ਯਿਸੂ ਰੱਖਣਾ, ਕਿਉਂਕਿ ਉਹ ਹੀ ਆਪਣੇ ਲੋਕਾਂ ਨੂੰ ਉਹਨਾਂ ਦੇ ਗੁਨਾਹਾਂ ਤੋਂ ਨਿਜਾਤ ਦੇਵੇਗਾ। ਤੇ ਯਾਨੀ ਅਸੀਂ ਸ਼ੁਰੂ ਤੋਂ ਵੇਖਦੇ ਹਾਂ ਕਿ ਮਰੀਮ ਜਿਹੜੀ ਹੈ ਉਹ ਖੁਦਾਵੰਦ ਯਿਸੂ ਮਸੀਹ ਦੇ ਨਾਲ ਉਹਦੀ ਸ਼ੁਰੂ ਤੋਂ ਜਿਹੜੀ ਕਿਹਨੂੰ ਕਹਿੰਦੇ ਨੇ ਕਿ ਯਾਨੀ ਖੁਦਾਵੰਦ ਯਿਸੂ ਮਸੀਹ ਇਸ ਦੁਨੀਆ 'ਚ ਉਹਦੇ ਵਸੀਲੇ ਨਾਲ ਆਏ, ਔਰ ਅਸੀਂ ਵੇਖਦੇ ਹਾਂ ਕਿ ਕਿਸ ਤਰ੍ਹਾਂ ਉਹ ਖੁਦਾਵੰਦ ਯਿਸੂ ਮਸੀਹ ਦੇ ਨਾਲ ਚੱਲਦੀ ਰਹੀ। ਠੀਕ ਹੈ, ਲੇਕਿਨ ਇਹ ਸੀ ਕਿ ਉਹ ਇਹ ਜਿਹੜੀਆਂ ਸਾਰੀਆਂ ਗੱਲਾਂ ਹੁੰਦੀਆਂ ਸਨ, ਯਾਨੀ ਫਰਿਸ਼ਤਾ ਜਦੋਂ ਉਹਦੇ ਕੋਲ ਹੁੰਦਾ ਜਾਂ 6 ਮਹੀਨੇ ਜਦੋਂ ਅਲਿਸ਼ਬਾ ਦੇ ਘਰ ਜਾਂਦੀ ਹੈ ਤੇ ਯਾਨੀ ਯੋਹੰਨਾ ਇਸਤਬਾਗੀ ਜਾਂ ਬਪਤਿਸਮਾ ਦੇਣ ਵਾਲਾ ਉਹਦੀ ਮਾਂ ਦੇ ਘਰ ਜਾਂਦੀ ਹੈ, ਤੇ ਲਿਖਿਆ ਹੈ ਕਿ ਉਹ ਇਹ ਸਾਰੀਆਂ ਗੱਲਾਂ ਆਪਣੇ ਦਿਲ 'ਚ ਰੱਖ ਕੇ ਸੋਚਦੀ ਰਹੀ। ਈਵਨ ਉਹਨੂੰ ਦੱਸਿਆ ਗਿਆ ਕਿ ਉਹ ਤਲਵਾਰ, ਉਹਦੀ ਜਾਨ ਜਿਹੜੀ ਹੈ ਤਲਵਾਰ ਨਾਲ ਛੇਦੀ ਜਾਏਗੀ, ਯਾਨੀ ਉਹਦੀ ਕ੍ਰੂਸੀਫਿਕਸ਼ਨ ਦੇ ਬਾਰੇ ਵੀ ਮਰੀਮ ਨੂੰ ਪਹਿਲੋਂ ਦੱਸ ਦਿੱਤਾ ਗਿਆ ਕਿ ਇਹ ਕੰਮ ਜਿਹੜਾ ਇਹ ਹੋਏਗਾ। ਲੇਕਿਨ ਅਸੀਂ ਇੱਕ ਗੱਲ ਯਾਨੀ ਵੇਖਦੇ ਹਾਂ ਕਿ ਉਹਦੇ ਨਾਲ ਅੱਗੇ ਜਦੋਂ 12 ਸਾਲ ਦਾ ਖੁਦਾਵੰਦ ਯਿਸੂ ਮਸੀਹ ਹੋਏ ਤੇ ਉਹ ਹੈਕਲ ਦੇ ਵਿੱਚ ਆਏ ਤੇ ਉਹ ਪਿੱਛੇ ਰਹਿ ਗਏ ਤੇ ਮਰੀਮ ਤੇ ਯੂਸਫ ਚਲੇ ਗਏ, ਉਹ ਫਿਰ ਦੁਬਾਰਾ ਵਾਪਸ ਆਏ। ਠੀਕ ਹੈ ਨਾ, ਸੋ ਅਸੀਂ ਵੇਖਦੇ ਹਾਂ ਇਹ ਸਾਰਾ ਕੰਸਰਨ ਜਿਹੜਾ ਉਹਦੇ ਬਾਅਦ 12 ਸਾਲ ਦੇ ਬਾਅਦ ਅਸੀਂ ਸਿਰਫ ਖੁਦਾਵੰਦ ਯਿਸੂ ਮਸੀਹ ਦੀ ਜਦੋਂ ਮਿਨਿਸਟਰੀ ਸ਼ੁਰੂ ਹੁੰਦੀ ਹੈ ਉਦੋਂ ਵੇਖਦੇ ਹਾਂ। ਠੀਕ ਹੈ, ਲੇਕਿਨ ਮਰੀਮ ਦਾ ਕਿਰਦਾਰ ਜਿਹੜਾ ਉਹ ਮੈਂ ਸਮਝਣਾ ਕਿ ਇੱਕ ਐਸਾ ਕਿਰਦਾਰ ਹੈ ਜਿਹਦੇ 'ਚ ਇੱਕ ਮਾਂ ਦੀ, ਅਸੀਂ ਮਦਰਸ ਡੇ ਮਨਾਇਆ ਹਾਲੀ ਥੋੜੇ ਦਿਨ ਹੋਏ ਨੇ, ਯਾਨੀ ਪਿਛਲੇ ਇਤਵਾਰ ਨੂੰ ਅਸੀਂ ਮਨਾਇਆ, ਤੇ ਉਹਦੇ 'ਚ ਵੀ ਅਸੀਂ ਜ਼ਿਕਰ ਕੀਤਾ ਕਿ ਮਾਂ ਜਿਹੜੀ ਹੈ ਉਹ ਜਿਹਨੇ ਜਨਮ ਦਿੱਤਾ ਉਹ ਉਹਦੇ ਲਈ ਬਹੁਤ ਵੱਡੀ ਹੈਸੀਅਤ ਰੱਖਦੀ ਹੈ। ਤੁਹਾਨੂੰ ਯਾਦ ਹੋਏਗਾ ਡਾਕਟਰ ਸਾਹਿਬ ਕਿ ਜਦੋਂ ਸਲੀਬ ਤੇ ਵੇ ਉਦੋਂ ਵੀ ਉਹ ਆਪਣੀ ਮਾਂ ਨੂੰ ਨਹੀਂ ਭੁੱਲਿਆ। ਠੀਕ ਆ ਜੀ, ਉਹਨੇ ਉਹਨੂੰ ਯੋਹੰਨਾ ਦੇ ਸਪੁਰਦ ਕੀਤਾ। ਉਹਨੇ ਕਿਹਾ ਵੇਖ ਇਹ ਤੇਰੀ ਮਾਂ ਹੈ, ਯੋਹੰਨਾ ਨੂੰ ਕਿਹਾ, ਤੇ ਮਰੀਮ ਨੂੰ ਕਿਹਾ ਕਿ ਇਹ ਤੇਰਾ ਬੇਟਾ ਹੈ। ਤੇ ਲਿਖਿਆ ਕਿ ਉਹ ਸ਼ਾਗਿਰਦ ਜਿਹੜਾ ਉਦੋਂ ਤੋਂ ਹੀ ਉਹਨੂੰ ਆਪਣੇ ਨਾਲ ਲੈ ਗਿਆ। ਠੀਕ ਹੈ, ਸੋ ਇਹ ਜਿਹੜਾ ਕਿਰਦਾਰ ਹੈ ਉਹਦੇ 'ਚ ਅਸੀਂ ਵੇਖਦੇ ਹਾਂ ਕਿ ਉਹ ਮਾਂ ਦਾ ਪਿਆਰ ਵੀ ਹੈ, ਲੇਕਿਨ ਉਹਦੇ ਨਾਲ ਉਹ ਉਹਦੀ ਮਿਨਿਸਟਰੀ ਦੇ ਵਿੱਚ ਵੀ, ਯਾਨੀ ਜਦੋਂ ਉਹ ਜ਼ਮੀਨੀ ਖਿਦਮਤ ਕਰਨ ਡਿਆ ਉਦੋਂ ਵੀ ਉਹ ਉਹਦੇ ਨਾਲ ਅਸੀਂ ਉਹਨੂੰ ਵੇਖਦੇ ਹਾਂ। ਅੱਗੇ ਅਸੀਂ ਜ਼ਿਕਰ ਕੀਤਾ। ਲੇਕਿਨ ਇਹ ਜਿਹੜੀ ਸਾਰੀਆਂ ਗੱਲਾਂ ਨੇ ਉਹ ਇਹ ਨੇ ਕਿ ਮੈਂ ਬਾਅਦ 'ਚ ਜ਼ਿਕਰ ਕਰਾਂਗਾ ਕਿ ਜਦੋਂ ਉਹਨੂੰ ਸਲੀਬ ਤੇ ਦਿੱਤਾ ਗਿਆ, ਕ੍ਰੂਸੀਫਿਕਸ਼ਨ ਹੋਈ, ਤੇ ਉਦੋਂ ਵੀ ਮਰੀਮ ਜਿਹੜੀ ਹੈ ਉਹ ਨਾਲ ਹੈ। ਠੀਕ ਹੈ, ਉਹਦੇ ਬਾਅਦ ਜੀ ਉੱਠਣ ਦੇ ਬਾਅਦ ਵੀ ਉਹਨੇ ਕੀ ਨੂੰ ਕਹਿੰਦੇ ਨੇ ਕਿ ਖੁਦਾਵੰਦ ਯਿਸੂ ਮਸੀਹ ਨੇ ਜਦੋਂ ਔਰਤਾਂ ਤੇ ਜ਼ਾਹਰ ਕੀਤਾ ਉਦੋਂ ਵੀ ਉਹ ਨਾਲ ਸੀ, ਜਦੋਂ ਉਹਨੂੰ ਦਫਨਾਇਆ ਜਾ ਰਿਹਾ ਉਦੋਂ ਵੀ ਉਹਦੇ ਨਾਲ ਸੀ। ਠੀਕ ਹੈ, ਸੋ ਡਾਕਟਰ ਸਾਹਿਬ ਤੁਸੀਂ ਕੋਈ ਜ਼ਿਕਰ ਕਰੋ ਕਿ ਯਾਨੀ ਜਦੋਂ ਅਸੀਂ ਮਰੀਮ ਦਾ ਕਿਰਦਾਰ ਵੇਖਦੇ ਹਾਂ ਤਾਂ ਕੀ ਇਹਦੇ 'ਚ ਕੋਈ ਖਾਸ ਗੱਲਾਂ ਕਿਹੜੀਆਂ ਨੇ ਜਿਹੜੀਆਂ ਅਸੀਂ ਮਰੀਮ ਦੀ ਜ਼ਿੰਦਗੀ ਤੋਂ ਸਿੱਖਦੇ ਹਾਂ? ਦੇਖੋ ਜੀ, ਸਭ ਤੋਂ ਪਹਿਲੀ ਗੱਲ ਤੇ ਮੈਂ ਇਹ ਆਪਾਂ ਲੂਕ ਚੈਪਟਰ 1 ਵਰਸ 35-38 'ਚ ਦੇਖੋ ਕਿ ਜਦੋਂ ਮਰੀਮ ਗੈਬਰੀਅਲ ਆਇਆ, ਐਂਜਲ, ਠੀਕ ਹੈ, ਫਰਿਸ਼ਤਾ ਆਇਆ ਤੇ ਉਹਨੇ ਆ ਕੇ ਮਰੀਮ ਨੂੰ ਇਹ ਸੰਦੇਸ਼ਾ ਪੂਰਾ ਮੈਸੇਜ ਦਿੱਤਾ ਜਿਹੜਾ ਤੁਸੀਂ ਹੁਣੇ ਦੱਸਿਆ ਹੈ। ਜੀ, ਐਂਡ
ਮਜ਼ੇ ਵਾਲੀ ਗੱਲ ਇਹ ਹੈ ਕਿ ਉਹਨੇ ਬਿਨਾਂ ਗੱਲ ਸਮਝੀ ਤੇ ਨਾਲ ਹੀ she agreed, right? Yeah. ਵਿਸ਼ਵਾਸ ਕਰਨਾ ਔਰ ਤਾਬੇਦਾਰੀ ਦੇ ਨਾਲ ਵਿਸ਼ਵਾਸ ਕਰਨਾ। ਅਸੀਂ ਇੱਕ ਹਾਂਜੀ। ਨਵੀਂ ਗੱਲ ਸਿੱਖਦੇ ਹਾਂ, ਸਿੱਖਿਆ ਇਹ ਤੋਂ, ਇਸ ਕੈਰੈਕਟਰ ਤੋਂ, ਕਿ ਇਹ she was obediently faithful। ਹਾਂਜੀ, ਮੈਂ ਪੜਨ ਰਿਹਾ ਕਿ ਲਿਖਿਆ, ਮੈਂ ਤੇਰੀ ਬੰਦੀ ਆ, ਮੇਰੇ ਲਈ ਤੇਰੇ ਕੋਲ ਦੇ ਮੁਆਫਿਕ ਹੋਏ। ਹਾਂ, ਠੀਕ ਹੈ। ਠੀਕ ਹੈ ਨਾ। ਜੀ। ਤੇ ਮਤਲਬ ਕਿ obediently faithful ਸੀਗੀ ਉਹ। ਸਿਰਫ ਫੇਥਫੁਲਨੈਸ ਹੀ ਲਿਆਣੀ ਸਾਡੇ ਵਾਸਤੇ ਇੰਪੋਰਟੈਂਟ ਨਹੀਂ ਹੈ, ਓਬੀਡੀਐਂਟਲੀ ਫੇਥ ਹੋਣਾ, ਯਾਨੀ ਕਿ ਜੋ ਮੈਨੂੰ ਕਿਹਾ ਜਾਏ ਉਹਨੂੰ ਮੰਨਣਾ, ਉਹਦੇ ਤੇ ਸਿਰਫ ਅਮਲ ਹੀ ਨਹੀਂ ਕਰਨਾ, ਉਹ ਮੰਨ ਕੇ ਫਿਰ ਅਮਲ ਕਰਨਾ, ਤਿਆਰੀ ਫੁੱਲ। ਤੇ ਇਹ ਇੱਕ ਬਹੁਤ ਵੱਡੀ ਗੱਲ ਹੈ ਜਿਹੜੀ ਮਰੀਅਮ ਦੀ ਮੈਂ ਦੇਖਣਾ ਸ਼ੁਰੂਆਤ ਤੋਂ ਹੀ। ਐਂਡ ਫਿਰ ਅਸੀਂ ਹੁਣ ਅੱਗੇ ਤੁਸੀਂ ਸਾਰਾ ਸਮਝਾਤਾ ਫਰੋਮ ਦ ਟੌਪ ਟਿਲ ਐਂਡ ਤੱਕ, ਕਿ ਕਿੱਥੇ ਕਿੱਥੇ ਮਦਰ ਮੇਰੀ ਨਾਲ ਹੀ ਰਹੀ ਹੈ ਜੀਸਸ ਦੇ। ਐਂਡ ਅਸੀਂ ਸ਼ੁਰੂਆਤ ਉੱਥੋਂ ਕੀਤੀ ਸੀ ਵੀ ਉਹ ਆਪਣੇ ਜਦੋਂ ਐਂਡ ਜੀਸਸ ਹੈਜ਼ ਆਲਵੇਜ਼, ਰਾਈਟ, ਕਿ ਆਪਣੀ ਮਾਂ ਦਾ ਉਹਨੇ ਪਬਲਿਕਲੀ, ਜੀਸਸ ਨੇ ਆਪਣੀ ਮਾਂ ਨੂੰ ਕੋਈ ਖਾਸ ਕੀ ਕਹਿੰਦੇ ਆ ਅਹੁਦਾ ਨਹੀਂ ਦਿੱਤਾ ਜੀ, ਰਿਸਪੈਕਟ ਦਿੱਤੀ ਹੈ which is required, लेकिन publicly he always recognized her as par with everyone, because he is in a ministry mode, he is at that moment more publicly ਉਹਨੂੰ ਇਹ ਜ਼ਿਆਦਾ ਜ਼ਰੂਰੀ ਸਮਝਦੇ ਸੀਗੇ ਉਹ। ਲੇਕਿਨ ਉਹ ਜਦੋਂ ਪ੍ਰਾਈਵੇਟਲੀ ਆਪਣੀ ਮਾਂ ਦੇ ਨਾਲ ਉਹਨਾਂ ਦਾ ਰਿਲੇਸ਼ਨਸ਼ਿਪ ਬਹੁਤ ਸਟਰੋਂਗ ਸੀਗਾ। ਉਹਦੀ ਦੋ ਐਗਜ਼ਾਮਪਲ ਮਿਲਦੀਆਂ ਨੇ। ਇੱਕ ਤੇ ਉਹ ਮਾਂ ਦੇ ਕਹਿਣ ਤੇ ਜਦੋਂ ਪਹਿਲਾ ਮੁਆਜ਼ਾ ਕੀਤਾ ਉਹਨਾਂ ਨੇ, ਬਿਲਕੁਲ ਠੀਕ ਹੈ, ਪਹਿਲਾ ਮੁਆਜ਼ਾ ਕੀਤਾ ਮਾਂ ਦੇ ਕਹਿਣ ਤੇ ਕੀਤਾ, ਔਰ ਫਿਰ ਦੂਸਰਾ ਐਂਡ ਵਾਲਾ ਜਿਹੜਾ ਤੁਸੀਂ ਆਲਰੇਡੀ ਦੱਸ ਚੁੱਕੇ ਹੋ, ਤੇ ਜਿੱਥੇ ਜੀਸਸ ਆਪਣੀ ਮਾਂ ਨੂੰ ਯਹੂਨਾ ਦੇ ਸਪੁਰਦ ਕਰਦਾ ਹੈ। ਤੋ ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਜੀਸਸ ਦਾ ਰਿਲੇਸ਼ਨਸ਼ਿਪ ਪ੍ਰਾਈਵੇਟਲੀ ਆਪਣੀ ਮਾਂ ਦੇ ਨਾਲ ਬਹੁਤ ਚੰਗਾ ਸੀਗਾ, ਲੇਕਿਨ ਪਬਲਿਕਲੀ ਉਹ ਆਪਣੀ ਮਾਂ ਨੂੰ ਉਸੇ ਤਰ੍ਹਾਂ ਟ੍ਰੀਟ ਕਰਦਾ ਸੀਗਾ ਜਿੱਦਾਂ ਉਹ ਬਾਕੀ ਸਾਰਿਆਂ ਨੂੰ ਟ੍ਰੀਟ ਕਰਦਾ। ਸਪੈਸ਼ਲ ਕੋਈ ਉਹ ਨਹੀਂ, ਪਬਲਿਕਲੀ ਨਹੀਂ ਦਿੰਦਾ ਸੀਗਾ ਉਹਨਾਂ ਨੂੰ। ਲੇਕਿਨ ਮਦਰ ਮੇਰੀ ਦੀ ਗੱਲ ਇਹ ਰਹੀ ਹੈ ਕਿ ਉਹ ਜੀਸਸ ਦੇ ਨਾਲ ਹਮੇਸ਼ਾ ਐਜ਼ ਅ ਮਦਰ ਐਂਡ ਐਜ਼ ਅ ਬਲੀਵਰ, ਐਜ਼ ਅ ਫੇਥਫੁਲ। ਦੇਖੋ ਨਾ, ਉਹਨੂੰ ਸਾਰੀ ਗੱਲ ਪਤਾ ਸੀ, ਉਹ ਮਾਂ ਨੂੰ ਤਾਂ ਪਤਾ, ਤੁਸੀਂ ਗੱਲ ਕੀਤੀ ਕਿ ਉਹ ਮਨ ਹੀ ਮਨ ਚ ਸੋਚਦੀ ਸੀ, ਤੇ ਕਿੰਨਾ ਕੁਝ ਸੀਗਾ ਉਹਦੇ ਕੋਲ ਸੋਚਣ ਨੂੰ, ਕਿ ਇਹ ਬੱਚਾ ਪੈਦਾ ਹੋਏਗਾ, ਇਹਨੇ ਮੁਆਜ਼ੇ ਕਰਨੇ ਆ, ਇਹਦੀ ਜਾਨ ਤੇ ਖਤਰਾ ਰਹੇਗਾ, ਇਹ ਮਰੇਗਾ। ਐਂਡ ਉਹਨੂੰ ਸਾਰੀ ਗੱਲਾਂ ਪਤਾ ਸੀ, ਜਿੱਦਾਂ ਜੀਸਸ ਨੂੰ ਸਾਰੀ ਗੱਲਾਂ ਪਤਾ ਸੀ ਕਿ ਮੇਰੇ ਨਾਲ ਕੀ ਹੋਣਾ, ਮਾਂ ਨੂੰ ਵੀ ਸਾਰੀ ਗੱਲਾਂ ਪਤਾ ਸੀ ਉਹਦੇ ਨਾਲ ਕੀ ਹੋਣਾ। ਦੇਖੋ, ਇਟਸ ਅਮੇਜ਼ਿੰਗ ਥਿੰਗਸ ਟੂ ਅੰਡਰਸਟੈਂਡ, ਐਂਡ ਵੀ ਕੈਨ ਟਾਕ ਅੱਗੇ। ਹਾਂਜੀ, ਨਹੀਂ, ਮੈਨੂੰ ਯਾਦ ਆਣ ਡਿਆ ਕਿ ਉਹ 2 ਸਾਲ ਲਈ, ਜਦੋਂ 2 ਸਾਲ ਦੇ ਬੱਚੇ ਮਰਵਾਏ ਹੈਰੋਦੀਸ ਨੇ, ਹਾਂਜੀ, ਉਹ ਲੈ ਕੇ ਉਹਨੂੰ ਮਿਸਰ ਚਲੇ ਗਏ। ਠੀਕ ਹੈ, ਬਿਲਕੁਲ। ਤੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਮਰੀਮ ਆਪਣੇ ਦਿਲ 'ਚ ਰੱਖ ਕੇ ਸੋਚਦੀ ਹੋਏਗੀ ਕਿ ਵਾਕਈ ਇਹ ਕੌਣ ਹੈ ਜਿਹੜਾ ਮੇਰੇ ਘਰ ਪੈਦਾ ਹੋ ਗਿਆ, ਕਿ ਇਹਦੀ ਵਜ੍ਹਾ ਤੋਂ ਅਸੀਂ ਮੁਸੀਬਤ 'ਚ ਵੀ ਹਾਂ, ਅਸੀਂ ਮੁਸ਼ਕਿਲਾਂ 'ਚ ਵੀ ਪਏ ਹਾਂ। ਔਰ ਉਹਦੇ ਬਾਅਦ ਜਦੋਂ ਸਾਰੇ ਵਾਕਿਆਤ ਨੇ, ਲੇਕਿਨ ਮੈਂ ਜਿਹੜੀ ਖਾਸ ਗੱਲ ਕਰਨਾ ਚਾਹ ਰਿਹਾ ਬ੍ਰਦਰ ਜੀ, ਤੁਹਾਡੇ ਕੋਲ ਪੁੱਛਾਂਗਾ ਕਿ ਅਸੀਂ ਵਫਾਦਾਰੀ ਵੇਖਦੇ, ਫੇਥਫੁਲਨੈਸ, ਡਾਕਟਰ ਸਾਹਿਬ ਨੇ ਗੱਲ ਕੀਤੀ ਹੈ, ਕਿੰਨਾ ਜ਼ਰੂਰੀ ਹੈ ਸਾਡੇ ਲਈ ਕਿ ਅਸੀਂ ਫੇਥਫੁਲ ਹੋਈਏ ਆਪਣੇ ਖੁਦਾ ਨਾਲ, ਖੁਦਾਵੰਦ ਯਿਸੂ ਮਸੀਹ ਨਾਲ। ਤੇ ਕਿੰਨਾ ਜ਼ਰੂਰੀ ਇਹ ਗੱਲ ਹੈ ਕਿ ਸਾਨੂੰ ਫੇਥਫੁਲ ਹੋਣ ਦੀ ਜ਼ਰੂਰਤ ਹੈ। ਵੈਸੇ ਤੇ ਖੁਦਾ ਇੰਨੀ ਵੱਡੀ ਹਸੀਅਤ ਰੱਖਦਾ ਹੈ, ਇੰਨੀ ਵੱਡੀ ਹਸਤੀ ਹੈ ਕਿ ਉਹਨੇ ਕਿਹਾ ਕਿ ਅਗਰ ਤੁਸੀਂ ਬੇਵਫਾ ਹੋ ਜਾਓ ਤੇ ਹੋ ਜਾਓ, ਮੈਂ ਕਦੀ ਬੇਵਫਾਈ ਨਹੀਂ ਕਰਾਂਗਾ ਤੁਹਾਡੇ ਨਾਲ। ਹਾਂਜੀ, ਹੈਨਾ। ਲੇਕਿਨ ਕਿੰਨਾ ਜ਼ਰੂਰੀ ਹੈ ਕਿ ਅਸੀਂ ਉਹਦੇ ਵਫਾਦਾਰ ਰਹੀਏ, ਅਸੀਂ ਉਹਦੇ ਨਾਲ ਚੱਲੀਏ, ਉਹਦੇ ਨਾਲ ਵਫਾਦਾਰੀ ਕਰੀਏ। ਜੀ ਬ੍ਰਦਰ ਜੀ, ਕਿੰਨਾ ਜ਼ਰੂਰੀ ਇਹ ਗੱਲ ਹੈ। ਹੈਲੋ ਬਸ ਜੀ, ਜਿਸ ਤਰ੍ਹਾਂ ਤੁਸੀਂ ਤੇ ਡਾਕਟਰ ਸਾਹਿਬ ਨੇ ਬੜੇ ਅੱਛੇ ਤਰੀਕੇ ਦੇ ਨਾਲ ਐਕਸਪਲੇਨ ਕੀਤਾ ਹੈ ਮਰੀਮ ਦੇ ਬਾਰੇ, ਕਿ ਕਿਸ ਤਰ੍ਹਾਂ ਦੇ ਨਾਲ ਮਰੀਮ ਨੂੰ ਵਚਨ ਮਿਲਿਆ ਦੂਤ ਦੇ ਦੁਆਰਾ, ਉਹਨੇ ਉਸ ਨੂੰ ਐਕਸੈਪਟ ਕੀਤਾ, ਚਾਹੇ ਉਹਨੇ ਇਹ ਗੱਲ ਕਿਹਾ ਕਿ ਮੈਂ ਕੁਆਰੀ ਹਾਂ, ਤੇ ਕਿਸ ਤਰ੍ਹਾਂ ਦੇ ਨਾਲ ਉਹਨੇ ਉਹ ਸਾਰਾ ਕੁਝ ਆਪਣੇ ਉੱਤੇ ਲੈ ਲਿਆ। ਜੀ,
ਤੇ ਜਦੋਂ ਉਹਦਾ ਬਰਥ ਹੁੰਦਾ ਹੈ ਤੇ ਜਦੋਂ ਅਜਾਲੀ ਆਉਂਦੇ ਨੇ ਸਜਦਾ ਕਰਨ ਦੇ ਵਾਸਤੇ, ਤੇ ਜੋ ਕੁਝ ਉਹਦੇ ਹੱਕ ਦੇ ਵਿੱਚ ਉਹ ਕਹਿੰਦੇ ਨੇ, ਮਰੀਮ ਨੇ ਹਰ ਚੀਜ਼ ਆਪਣੇ ਦਿਲ ਦੇ ਵਿੱਚ ਰੱਖੀ। ਈਵਨ ਤੁਸੀਂ ਗੱਲਬਾਤ ਕੀਤੀ ਉਹਦੇ ਪਹਿਲਾਂ ਹੀ, ਇਸੇ ਹੀ ਲੂਕਾ ਦੇ ਦੂਸਰੇ ਬਾਬ ਦੇ ਵਿੱਚ ਉਹਦੇ ਕ੍ਰੂਸੀਫਿਕੇਸ਼ਨ ਦੇ ਬਾਰੇ ਹੋਈ ਹੈ। ਉਹ ਮਰੀਮ ਨੂੰ ਪਹਿਲੇ ਪਤਾ ਸੀ। ਜਦੋਂ ਪ੍ਰਭੂ ਯਿਸੂ ਮਸੀਹ ਨੇ ਮਿਨਿਸਟਰੀ ਚਾਲੂ ਕੀਤੀ, ਡਾਕਟਰ ਸਾਹਿਬ ਨੇ ਵੀ ਇਹਦੇ ਬਾਰੇ ਗੱਲ ਕੀਤੀ ਹੈ ਕਿ ਜਿਹੜਾ ਫਸਟ ਮਿਰੇਕਲ ਪ੍ਰਭੂ ਯਿਸੂ ਮਸੀਹ ਨੇ ਕੀਤਾ ਉਹ ਸੀ ਪਾਣੀ ਨੂੰ ਮੈਦ ਦੇ ਵਿੱਚ ਤਬਦੀਲ ਕਰਨਾ। ਜੀ ਜੀ ਉੱਥੇ ਵੀ ਮਰੀਮ ਨੇ ਜਿਹੜਾ ਹੈ ਬੜਾ ਵਫਾਦਾਰੀ ਦੇ ਨਾਲ ਕੋਈ ਇੰਟਰਫੇਰੈਂਸ ਨਹੀਂ ਕੀਤੀ ਉਹਦੇ ਵਿੱਚ ਕਿ ਹਾਂ ਵੀ ਬੀਇੰਗ ਏ ਮਦਰ ਮੈਂ ਜਿਹੜਾ ਹੈ ਇਹਨੂੰ ਕੁਝ ਕਹਾਂ, ਪਰ ਉਹਨੇ ਉੱਥੇ ਬੜੀ ਸਫਾਈ ਦੇ ਨਾਲ ਇੱਕ ਗੱਲ ਕਹੀ ਕਿ ਉਹਦੀ ਜੋ ਤੁਹਾਨੂੰ ਪ੍ਰਭੂ ਯਿਸੂ ਮਸੀਹ ਕਹੇ, ਹਾਂਜੀ 5ਵੀਂ ਆਇਤ ਵਿੱਚ ਉਸ ਦੀ ਮਾਤਾ ਟੈਲੂਆ ਨੂੰ ਆਖਿਆ ਜੋ ਕੁਝ ਉਹ ਤੁਹਾਨੂੰ ਕਹੇ ਸੋ ਕਰੋ। ਬਿਲਕੁਲ ਇਹ ਹੈ ਵਫਾਦਾਰੀ ਦੀ ਗੱਲ। ਜੀ ਜੀ ਉਹ ਬਰਥ ਤੋਂ ਲੈ ਕੇ ਉਹਦੇ ਬਰੀਅਲ ਤੱਕ, ਬਰੀਅਲ ਦੇ ਬਾਅਦ ਉਹਦੇ ਰੈਜ਼ੋਰੈਕਸ਼ਨ ਦੇ ਤੱਕ, ਫਿਰ ਉਹਦਾ ਅਸਮਾਨ ਦੇ ਉੱਤੇ ਚੜ੍ਹਨ ਤੱਕ, ਉਹ ਸਾਰਾ ਕੁਝ ਉਹ ਉਹਦੇ ਨਾਲ ਵਫਾਦਾਰੀ ਦੇ ਨਾਲ ਬਣੀ ਰਹੀ। ਸਹੀ ਔਰ ਉਹਦੇ ਬਾਅਦ ਵੀ ਇਹ ਜਿਹੜਾ ਹਵਾਲਾ ਆਪਾਂ ਪੜ੍ਹਿਆ ਹੈ ਅੱਜ ਰਸੂਲਾਂ ਦੇ ਕਰਤੱਬ ਦੇ ਵਿੱਚੋਂ, ਉਹਦਾ ਪਹਿਲੇ ਅਧਿਆਏ ਦੇ ਵਿੱਚ, ਇੱਥੇ ਵੀ ਅਸੀਂ ਦੇਖਦੇ ਹਾਂ ਕਿ ਮਰੀਮ ਜਿਹੜੀ ਹੈ ਉਹ ਚੇਲਿਆਂ ਦੇ ਨਾਲ, ਡਿਸਾਈਪਲਸ ਦੇ ਨਾਲ, ਤੇ ਉੱਥੇ ਘੱਟੋ ਘੱਟ ਕੋਈ 120 ਲੋਕ ਜਿਹੜੇ ਆ ਉਦੋਂ ਦੱਸੇ ਗਏ ਆ, ਉੱਥੇ ਉਹ ਪ੍ਰਾਰਥਨਾ ਦੇ ਵਿੱਚ ਲੱਗੀ ਹੈ, ਛੱਡਿਆ ਨਹੀਂ ਹੈ। ਇਹ ਆ ਵਫਾਦਾਰੀ ਜਿਹੜੀ ਕੰਟੀਨਿਊਟੀ ਦੇ ਵਿੱਚ ਜਿਹੜੀ ਹੈ ਸਾਨੂੰ ਇਸ ਕਰੈਕਟਰ ਤੋਂ ਜਿਹੜੀ ਆ ਉਹ ਮਿਲਦੀ ਹੈਗੀ ਹੈ। ਤੇ ਇਥੋਂ ਸਾਨੂੰ ਇਹ ਸਿੱਖਣ ਤੋਂ ਮਿਲਦਾ ਹੈਗਾ ਕਿ ਜਿਹੜਾ ਵਫਾਦਾਰੀ ਦੇ ਨਾਲ ਉਸ ਖੁਦਾ ਦੇ ਨਾਲ ਚੱਲੇਗਾ, ਬਿਲਕੁਲ ਉਹਨੂੰ ਇੱਕ ਬਹੁਤ ਵੱਡਾ ਇਨਾਮ ਜਿਹੜਾ ਹੈ ਉਸ ਦੇ ਬਦਲੇ ਮਿਲਣਾ ਹੈ। ਬਿਲਕੁਲ ਉਹ ਇਨਾਮ ਹੈ ਜੀਵਨ ਦਾ ਮੁਕਟ, ਦਾ ਲਾਈਫ ਆਫ ਕਰਾਉਨ। ਤੇ ਵਫਾਦਾਰੀ ਦੇ ਨਾਲ ਹੀ ਹਨ ਚੱਲਣਾ ਹੈ। ਇਸ ਜੀਵਨ ਦੇ ਵਿੱਚ ਕਈ ਤਰ੍ਹਾਂ ਦੇ ਉਤਰਾ ਚੜਾ ਜਿਹੜੇ ਨੇ ਉਹ ਆਉਂਦੇ ਨੇ, ਅਪਸ ਐਂਡ ਡਾਊਨਸ ਆਉਂਦੇ ਨੇ ਲਾਈਫ ਦੇ ਵਿੱਚ। ਜਦੋਂ ਮਿਨਿਸਟਰੀ ਦੇ ਵਿੱਚ ਤੁਸੀਂ ਹੁੰਦੇ ਹੋ, ਸੁਸਮਾਚਾਰ ਦਿੰਦੇ ਹੋ, every day every hour is a different, ਹੈ ਨਾ, ਕੋਈ ਪਤਾ ਨਹੀਂ ਕਿਹੜੇ ਸਮੇਂ ਤੇ ਕੀ ਕੁਝ ਹੋਏਗਾ। ਸਹੀ। ਇਹ ਪ੍ਰਭੂ ਯਿਸੂ ਮਸੀਹ ਦੇ ਰੈਜ਼ੋਰੈਕਸ਼ਨ ਦੇ ਬਾਅਦ ਹੀ ਇਹ ਚੇਲਿਆਂ ਨੇ ਇਹ ਸਾਰਾ ਕੁਝ ਦੇਖਿਆ ਸੀ ਤੇ ਫਿਰ ਉਹ ਮੌਤ ਤੱਕ ਵਫਾਦਾਰ ਰਹੇ। ਬਹੁਤ ਅੱਛਾ। ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਕਿ ਕੀ ਕੁਝ ਹੋਏਗਾ। ਪੌਲ ਦੀ ਤੁਸੀਂ ਐਗਜ਼ਾਮਪਲ ਲੈ ਲਓ, ਪੌਲ ਨੇ ਸਭ ਤੋਂ ਜ਼ਿਆਦਾ ਜਿਹੜਾ ਹੈ ਉਹ ਕਸ਼ਟ ਸਹੇ। ਬਿਲਕੁਲ ਆਪਣੇ ਇਸ ਜਰਨੀ ਦੇ ਵਿੱਚ ਜਿਹੜੀ ਉਹਨੇ ਪ੍ਰਭੂ ਯਿਸੂ ਮਸੀਹ ਦੇ ਨਾਲ ਇਹ ਜਰਨੀ ਜਿਹੜੀ ਹੈ ਉਹਨੇ ਕੰਪਲੀਟ ਕੀਤੀ ਹੈ, ਉਹਨੇ ਸਭ ਤੋਂ ਵੱਧ ਜਿਹੜੇ ਨੇ ਉਹ ਦੁੱਖ ਸਹੇ। ਔਰ ਕਹਿੰਦਾ ਕਿ ਮੇਰਾ ਜਿਹੜਾ ਮਰ ਜਾਣਾ ਜਿਹੜਾ ਹੈ ਉਹ ਕੀ ਹੈ, ਉਹ ਫਾਇਦੇ ਦੀ ਗੱਲ ਹੈ, ਨਫਾ ਹੈ, ਨਫਾ ਹੈ, ਫਾਇਦੇ ਦੀ ਗੱਲ ਹੈ, ਨਫਾ ਹੈ। ਇੱਥੋਂ ਤੱਕ ਸਾਨੂੰ ਵੀ ਇਹਨਾਂ ਜ਼ਿੰਦਗੀਆਂ ਤੋਂ, ਇਹਨਾਂ ਕਰੈਕਟਰਾਂ ਤੋਂ ਸਾਨੂੰ ਸਿੱਖਣਾ ਹੈ ਕਿ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਹਿਰਦੇ ਦੇ ਵਿੱਚ ਕਬੂਲ ਕਰ ਲਿਆ ਹੈ ਤੇ ਫਿਰ ਇਹ ਜਿਹੜੀ ਲਾਈਫ ਹੈ, ਇਹ ਜਿਹੜੀ ਜ਼ਿੰਦਗੀ ਹੈ, ਇਹ ਉਸ ਪਰਮੇਸ਼ਵਰ ਦੀ ਹੈ, ਚਾਹੇ ਕੁਝ ਵੀ ਸਾਡੇ ਜੀਵਨ ਦੇ ਵਿੱਚ ਆ ਜਾਏ। ਇਹ ਨਹੀਂ ਕਿ ਅਸੀਂ ਦੁਆ ਦੇ ਵਿੱਚ ਬਸ ਆਪਣੇ ਬੈਨੀਫਿਟ ਦੇ ਵਾਸਤੇ ਉਸ ਖੁਦਾ ਕੋਲ ਸਭ ਕੁਝ ਮੰਗੀਏ, ਉਹ ਨਹੀਂ, ਪਰ ਸਾਨੂੰ ਦੂਜਿਆਂ ਦੇ ਵਾਸਤੇ ਇੱਕ ਐਗਜ਼ਾਮਪਲ ਹੋ ਕੇ ਜਿਹੜਾ ਹੈ ਉਹ ਆਪਣਾ ਜੀਵਨ ਜਿਹੜਾ ਹੈ ਉਹ ਅਸੀਂ ਬਸਰ ਕਰਨਾ ਹੈ। ਜੇ ਅਸੀਂ ਵਫਾਦਾਰੀ ਦੇ ਨਾਲ ਚੱਲਾਂਗੇ, ਉਹ ਖੁਦਾ ਜਿਹੜਾ ਵਫਾਦਾਰ ਹੈ, ਜਿਹੜੀ ਪਹਿਲੀ ਗੱਲ ਤੁਸੀਂ ਦੱਸਿਆ ਕਿ ਅਸੀਂ ਜਿਹੜਾ ਹੈ ਬੇਵਫਾ ਹੋ ਸਕਦੇ ਹਾਂ, ਜੀ ਜੀ, ਅਸੀਂ ਆਪਣੇ ਰਾਹ ਤੋਂ ਭਟਕ ਸਕਦੇ ਹਾਂ, ਪਰ ਉਹ ਪਰਮੇਸ਼ਵਰ
ਜਿਹਨੇ ਸਾਨੂੰ ਇੱਕ ਵਾਰੀ ਆਪਣੇ ਹੱਥ ਦੇ ਵਿੱਚ ਲੈ ਲਿਆ ਹੈ, ਹੂੰ ਉਹ ਸਾਨੂੰ ਫਿਰ ਛੱਡੇਗਾ ਨਹੀਂ, ਨਾ ਉਹ ਸਾਨੂੰ ਤਿਆਗੇਗਾ, ਉਹ ਤੇ ਸਾਨੂੰ ਪਿਆਰ ਕਰੇਗਾ। ਜੀ ਜੀ ਤੇ ਉਹ ਸਾਡੇ ਇਸ ਜਰਨੀ ਦੇ ਵਿੱਚ ਉਹ ਸਾਨੂੰ ਸਪੋਰਟ ਕਰੇਗਾ ਕਿ ਕਮ ਆਨ, ਨੋ ਪ੍ਰੋਬਲਮ, ਆਈ ਐਮ ਵਿਦ ਯੂ। ਬਿਲਕੁਲ ਮੈਂ ਤੈਨੂੰ ਅੱਗੋਂ ਵੀ ਘੇਰੂੰਗਾ, ਮੈਂ ਤੈਨੂੰ ਪਿੱਛੋਂ ਵੀ ਘੇਰੂੰਗਾ, ਮੈਂ ਤੈਨੂੰ ਥੱਲਿਓਂ ਵੀ ਘੇਰੂੰਗਾ, ਮੈਂ ਤੇਰੇ ਨਾਲ ਆ, ਤੂੰ ਫਿਕਰ ਕਰਨ ਦੀ ਤੈਨੂੰ ਲੋੜ ਨਹੀਂ। ਜੀ ਜੋ ਜੀ ਤੈਨੂੰ ਮੈਂ ਕਿਹਾ ਹੈ ਕਿ ਵਚਨ ਦੇਣਾ ਹੈ ਤੇ ਵਚਨ ਦੇ। ਇਹ ਸੁਸਮਾਚਾਰ ਦਾ ਵਚਨ ਤੂੰ ਦਿਨੇ ਵੀ ਦੇ, ਸ਼ਾਮ ਨੂੰ ਵੀ ਦੇ, ਦੁਪਹਿਰਾਂ ਨੂੰ ਵੀ ਦੇ, ਸੌਣ ਲੱਗਿਆਂ ਵੀ ਦੇ। ਤੂੰ ਬੀਜ ਜੋ ਤੇਰੇ ਹੱਥ ਦੇ ਵਿੱਚ ਹੈ, ਉਗਾਉਣ ਵਾਲਾ ਉਹ ਪਰਮੇਸ਼ਰ ਹੈ। ਜਦੋਂ ਅਸੀਂ ਉਹਦੇ ਨਾਲ ਵਫਾਦਾਰੀ ਨਾਲ ਚੱਲਾਂਗੇ, ਫਿਰ ਸਾਡੀ ਜ਼ਿੰਦਗੀ ਦੇ ਵਿੱਚ ਇਸ ਜਗ੍ਹਾ ਦੇ ਵਿੱਚ ਵੀ ਬਰਕਤਾਂ ਨੇ। ਸਹੀ ਜਦੋਂ ਇੱਕ ਰੂਹ ਬਚਦੀ ਹੈ ਨਾ ਪਾਸਟਰ ਜੀ, ਹੈ ਨਾ, ਤੁਸੀਂ ਤੇ ਬੜਾ ਐਕਸਪੀਰੀਅੰਸ ਕੀਤਾ ਹੈ, ਤੁਸੀਂ ਤੇ ਜੇਲ੍ਹ ਦੀਆਂ ਸਾਨੂੰ ਬੜੀਆਂ ਗੱਲਾਂ ਸੁਣਾਈਆਂ ਨੇ ਕਿ ਜੇਲ੍ਹ ਦੇ ਵਿੱਚ ਜਦੋਂ ਸਾਰਾ ਕੁਝ ਲਿਮਟਿਡ ਹੋ ਜਾਂਦਾ ਹੈ ਉਹਨਾਂ ਬੰਦਿਆਂ ਦੇ ਵਾਸਤੇ, ਜਦੋਂ ਤੁਸੀਂ ਉਹਨਾਂ ਨਾਲ ਜਾ ਕੇ ਗੱਲਬਾਤ ਕਰਦੇ ਹੋ, ਜਦੋਂ ਇੱਕ ਰੂਹ ਵੀ ਉੱਥੋਂ ਬਚਦੀ ਹੈ ਤੇ ਕਿੰਨੀ ਖੁਸ਼ੀ ਹੁੰਦੀ ਹੈ। ਬਿਲਕੁਲ ਬਿਲਕੁਲ ਤੇ ਉਹ ਹੀ ਪਰਮੇਸ਼ਰ ਸਾਡੇ ਵੱਲ ਦੇਖ ਰਿਹਾ। ਉਹ ਨਹੀਂ ਚਾਹੁੰਦਾ ਕਿ ਇੱਕ ਵੀ ਜਾਨ ਦਾ ਨਾਸ਼ ਹੋਏ, ਉਹ ਤੇ ਇਸੇ ਲਈ ਚਾਹੁੰਦਾ ਹੈ। ਉਹਨੇ ਤੇ ਇਹ ਫॉरगिवनेस ਦਾ ਮੈਸੇਜ ਸਾਨੂੰ ਦਿੱਤਾ ਹੈ, ਉਹਨੇ ਹੀ ਸਾਨੂੰ ਛੁਟਕਾਰੇ ਦਾ ਮੈਸੇਜ ਦਿੱਤਾ ਹੈ ਕਿ ਜਦੋਂ ਅਸੀਂ ਵਫਾਦਾਰੀ ਨਾਲ ਇਹਦੇ ਉੱਤੇ ਚੱਲਦੇ ਹਾਂ ਤੇ ਬਹੁਤ ਸਾਰੇ ਲੋਕ ਜਿਹੜੇ ਨੇ ਜਦੋਂ ਇਹਨੂੰ ਐਕਸੈਪਟ ਕਰਦੇ ਨੇ, ਉਹਨਾਂ ਦੀ ਇਹ ਸੋਚ ਬਦਲਦੀ ਹੈ। ਜੀ ਜੀ ਕ੍ਰਿਸਚੀਅਨਿਟੀ ਜਿਹੜੀ ਹੈ ਇਹ ਕੋਈ ਰਿਲੀਜਨ ਨਹੀਂ ਹੈ। ਇਟਸ ਨਾਟ ਅ ਰਿਲੀਜਨ, ਇਟਸ ਨਾਟ ਅ ਕਲਟ, ਹੂੰ it is a faith which will change the mind and heart. ਬਿਲਕੁਲ ਬਿਲਕੁਲ ਇਹ ਟਰਾਂਸਫਾਰਮ ਕਰਦਾ ਹੈ ਪੂਰੇ ਦਾ ਪੂਰਾ। ਜਦੋਂ ਇਹ ਟਰਾਂਸਫਾਰਮ ਕਰਦਾ ਹੈ, ਫਿਰ ਬੰਦਾ ਜਿਹੜਾ ਹੈ ਬਿਲਕੁਲ ਵਫਾਦਾਰੀ ਦੇ ਨਾਲ ਉਹਦੇ ਨਾਲ ਚੱਲਦਾ ਹੈ। ਬਹੁਤ ਅੱਛਾ ਬਹੁਤ ਅੱਛਾ, ਥੈਂਕ ਯੂ ਜੀ, ਬੜਾ ਤਫਸੀਲ ਨਾਲ ਤੁਸੀਂ ਗੱਲ ਕੀਤੀ। ਡਾਕਟਰ ਸਾਹਿਬ, ਮੈਂ ਅਕਸਰ ਕਿਹਨੂੰ ਕਹਿੰਦੇ ਨੇ ਪੈਗਾਮ ਦਿੱਤਾ ਹੈ ਈਸਟਰ ਤੇ ਜੀ ਤੇ ਸਵਾਲ ਉੱਠਦਾ ਹੈ ਕਿ ਖੁਦਾਵੰਦ ਯਿਸੂ ਮਸੀਹ ਨੇ ਆਪਣੀ ਜਿਹੜੀ ਅਪੀਅਰੈਂਸ ਕੀਤੀ ਹੈ ਜੀ ਉੱਠਣ ਦੇ ਬਾਅਦ, ਉਹ ਔਰਤਾਂ ਨੂੰ ਕੀਤੀ, ਸਭ ਤੋਂ ਪਹਿਲੀ ਅਪੀਅਰੈਂਸ ਜਿਹੜੀ, ਤੇ ਉਹਦੇ ਵਿੱਚ ਅਸੀਂ ਫੇਥਫੁਲਨੈਸ ਵੇਖਦੇ ਹਾਂ ਔਰਤਾਂ ਦੀ, ਯਾਨੀ ਖੁਦਾਵੰਦ ਯਿਸੂ ਮਸੀਹ ਦੇ ਨਾਲ, ਠੀਕ ਹੈ ਜੀ ਫਿਲਮ ਪੈਸ਼ਨ ਆਫ ਕ੍ਰਾਈਸਟ ਜਿਹੜੀ ਕ੍ਰੂਸੀਫਿਕਸ਼ਨ ਤੇ ਵੇ, ਉਹਦੇ ਚ ਤੁਸੀਂ ਕਦੀ ਵੇਖੋ ਤੇ ਮਰੀਮ ਦਾ ਕੀ ਹਾਲ ਹੈ ਕਿ ਕਿਸ ਤਰ੍ਹਾਂ ਉਹ ਜਦੋਂ ਇਹ ਵਾਕਿਆਤ ਹੁੰਦੇ ਨੇ ਪਏ, ਉਹ ਇਹਨਾਂ ਚੋਂ ਗੁਜ਼ਰਦੀ ਏ ਔਰ ਉਹ ਔਰਤਾਂ ਨਾਲ ਜਿਹੜੀਆਂ ਨੇ, ਤੇ ਯਾਨੀ ਅਸੀਂ ਯੋਹਨਾ ਦੀ ਇੰਜੀਲ ਚ ਪੜ੍ਹਨੇ ਆ ਕਿ ਉਹ ਜਦੋਂ ਸਬਤ ਦਾ ਦਿਨ ਗੁਜ਼ਰ ਗਿਆ ਤੇ ਅਗਲੇ ਦਿਨ ਪਾਉ ਫਟਦੇ, ਯਾਨੀ ਜਦੋਂ ਮੂੰਹ ਹਨੇਰਾ ਸੀ, ਉਦੋਂ ਦੌੜੀਆਂ ਗਈਆਂ ਲੈ ਕੇ ਖੁਸ਼ਬੂਆਂ, ਠੀਕ ਹੈ, ਔਰ ਉੱਥੇ ਵਜ਼ਨ ਦਾ ਵੀ ਜ਼ਿਕਰ ਹੈ, 50 ਸੇਰ ਸੀ ਜੀ। ਅਗਰ ਅਸੀਂ ਪੜ੍ਹੀਏ ਨਾ ਯੋਹਨਾ ਦੀ ਇੰਜੀਲ ਚ, ਉੱਥੇ ਲਿਖਿਆ ਹੈ ਕਿ 50 ਸੇਰ ਉਹ ਜਿਹੜੀਆਂ ਖੁਸ਼ਬੂਆਤ ਨੇ ਉਹ ਲੈ ਕੇ ਗਈਆਂ। ਔਰ ਇਹ ਫੇਥਫੁਲਨੈਸ ਅਸੀਂ ਵੇਖਦੇ ਹਾਂ ਕਿ ਕਿਸ ਤਰ੍ਹਾਂ ਉਹ ਸ਼ੁਰੂ ਤੋਂ ਲੈ ਕੇ ਸ਼ਾਗਿਰਦ ਤੇ ਦੌੜ ਗਏ ਸਨ, ਹੈ ਨਾ ਜੀ, ਸਾਰੇ ਉਹਨਾਂ ਨੇ ਛੱਡ ਦਿੱਤਾ। ਪਤਰਸ ਜਿਹੜਾ ਬਹੁਤ ਵੱਡਾ ਸ਼ਾਗਿਰਦ ਸੀ, ਜਾਂ ਜਿਹੜਾ ਬਹੁਤ ਖੁਦਾਵੰਦ ਯਿਸੂ ਮਸੀਹ ਦਾ ਪਿਆਰਾ ਸ਼ਾਗਿਰਦ ਸੀ, ਉਹ ਵੀ ਤਿੰਨ ਵਾਰੀ ਇਨਕਾਰ ਕਰ ਦਿੱਤਾ। ਉਹਨੇ ਕਿਹਾ ਮੈਂ ਜਾਣਦਾ ਹੀ ਨਹੀਂ ਕੌਣ ਹੈ। ਫਿਰ ਮੱਛੀਆਂ ਫੜਨ ਚੱਲ ਗਿਆ ਜੀ। ਹਾਂਜੀ, ਸੋ ਅਸੀਂ ਵੇਖਦੇ ਹਾਂ ਇਹ ਗੱਲ ਕਿ ਯਾਨੀ ਇਹ ਔਰਤਾਂ ਦੀ ਵਫਾਦਾਰੀ ਹੈ ਜਿਹੜੀ ਖੁਦਾਵੰਦ ਯਿਸੂ ਨੇ ਆਪਣੀ ਪਹਿਲੀ ਅਪੀਅਰੈਂਸ ਜਿਹੜੀ ਹੈ ਉਹਨਾਂ ਨੂੰ ਦਿੱਤੀ, ਠੀਕ ਹੈ। ਤੇ ਅਗਰ ਅਸੀਂ ਵਫਾਦਾਰ ਰਹਿੰਦੇ ਹਾਂ ਤੇ ਸਾਡੇ ਤੇ ਵੀ ਉਹ ਆਪਣੇ ਆਪ ਨੂੰ ਜ਼ਾਹਰ ਕਰਦਾ, ਯਾਨੀ ਉਹ ਆਪਣੀ ਅਪੀਅਰੈਂਸ ਜਿਹੜੀ ਹੈ ਸਾਡੇ ਤੇ ਦਿੰਦਾ ਹੈ। ਤੇ ਲੇਕਿਨ ਅਗਰ ਅਸੀਂ ਬੇਵਫਾ ਹੋ ਜਾਂਦੇ ਹਾਂ ਤੇ ਫਿਰ ਕਿਹਨੂੰ ਕਹਿੰਦੇ ਨੇ ਕਿ ਸਾਨੂੰ ਕੋਈ ਵਾਪਸ ਲਿਆਉਣ ਵਾਲਾ ਨਹੀਂ ਰਹਿੰਦਾ, ਠੀਕ ਹੈ, ਫਿਰ ਤੇ ਅਸੀਂ ਦੂਰ ਹੋ ਗਏ ਉਹਦੇ ਤੋਂ। ਲੇਕਿਨ ਜੇ ਅਸੀਂ ਵਫਾਦਾਰ ਰਹਿੰਦੇ ਹਾਂ, ਅਸੀਂ ਉਹਦੇ ਨਾਲ ਚੱਲਦੇ ਹਾਂ, ਤੇ ਕਦੀ ਨਹੀਂ ਕਿ ਖੁਦਾਵੰਦ ਸਾਨੂੰ ਛੱਡੇਗਾ। ਬ੍ਰਦਰ ਜੀ ਨੇ ਬੜੀ ਖੂਬਸੂਰਤ ਗੱਲ ਕੀਤੀ ਹੈ, ਕਲਾਮ ਦੀ ਆਇਤ ਵੀ ਹੈ ਕਿ ਤੁਸੀਂ ਬੇਵਫਾ ਹੋ ਜਾਓ, ਮੈਂ ਵਫਾਦਾਰ ਰਵਾਂਗਾ ਤੁਹਾਡੇ ਨਾਲ, ਨਾ ਤੁਹਾਨੂੰ ਛੱਡਾਂਗਾ, ਨਾ ਤੁਹਾਡੇ ਕੋਲੋਂ ਪਰਾਂ ਹੋਵਾਂਗਾ, ਮੈਂ ਹਮੇਸ਼ਾ ਤੁਹਾਡੇ ਨਾਲ ਜੀ। ਸੋ ਗੱਲ ਜਿਹੜੀ ਅਸੀਂ ਕਰਨ ਦੇ ਉਹ ਇਹ ਵੇ ਕਿ ਕਿੰਨੇ ਜ਼ਰੂਰੀ ਹੈ ਕਿ ਅਸੀਂ ਖੁਦਾਵੰਦ ਦੇ ਵਫਾਦਾਰ ਰਹੀਏ। ਬਹੁਤ ਵੱਡੀਆਂ ਗੱਲਾਂ 'ਚ ਨਹੀਂ, ਛੋਟੀਆਂ ਛੋਟੀਆਂ ਗੱਲਾਂ 'ਚ ਅਸੀਂ ਅਗਰ ਉਹਦੇ ਵਫਾਦਾਰ ਹਾਂ ਤੇ ਉਹ ਸਾਡੇ ਨਾਲ ਹਮੇਸ਼ਾ ਉਸ ਤੋਂ ਵੱਧ ਵਫਾਦਾਰੀ ਵਿਖਾਏਗਾ। ਜੀ ਕੁਝ ਕਹਿਣਾ ਚਾਹੋ ਡਾਕਟਰ ਸਾਹਿਬ ਤੁਸੀਂ ਇਹਦੇ ਬਾਰੇ? ਜੀ ਮੈਂ ਇਹਨੂੰ ਹੁਣ ਬਿਲਕੁਲ ਜਿੱਦਾਂ ਪ੍ਰੈਕਟੀਕਲੀ ਗੱਲ ਕਰੀਏ ਅਸੀਂ ਕਿ ਵਫਾਦਾਰੀ, ਮਰੀਮ ਨੇ ਬੜੀ ਅੱਛੀ ਐਗਜ਼ਾਮਪਲ ਦਿੱਤੀ
ਕਿ ਜੇ ਤੁਸੀਂ ਵਫਾਦਾਰ ਹੋ ਤੇ ਤੁਸੀਂ ਨਾਲ ਜੁੜੇ ਰਹੋਗੇ। ਠੀਕ ਹੈ, ਦੁੱਖ ਆਏਗਾ, ਸੁੱਖ ਆਏਗਾ, ਤੁਸੀਂ ਨਾਲ ਜੁੜੇ ਰਹੋਗੇ। ਤੇ ਅਸੀਂ ਉਸੇ ਗੱਲ ਨੂੰ ਹੁਣ ਐਟ ਦੈਟ ਮੋਮੈਂਟ ਤੱਕ, ਜਦੋਂ ਤੱਕ ਜੀਸਸ ਕ੍ਰੂਸੀਫਿਕੇਸ਼ਨ ਤੋਂ ਬਾਅਦ, ਰੈਜ਼ਰੈਕਸ਼ਨ ਤੋਂ ਪਹਿਲਾਂ, ਤੇ ਚਾਹੇ ਮਰੀਮ ਨੂੰ ਪਤਾ ਸੀ, ਲੇਕਿਨ ਉਹ ਫਿਰ ਵੀ ਪੂਰੀ ਫੇਥਫੁਲ ਸੀਗੀ, ਜੀਸਸ ਦੇ ਨਾਲ ਜੁੜੀ ਰਹੀ। ਠੀਕ ਸਹੀ ਹੈ, ਤੇ ਉਸੇ ਤਰ੍ਹਾਂ ਅਸੀਂ ਸਿਰਫ ਖੁਦਾ ਦੇ ਨਾਲ ਇਹ ਕਹਿਣਾ ਕਿ ਅਸੀਂ ਖੁਦਾ ਦੇ ਨਾਲ ਜੁੜੇ ਹਾਂ, ਅਸੀਂ ਖੁਦਾ ਦੇ ਨਾਲ ਫੇਥਫੁਲ ਹਾਂ, ਤੇ ਜੇ ਅਸੀਂ ਆਪਣੇ ਨਾਲਦਿਆਂ ਦੇ ਨਾਲ ਫੇਥਫੁਲ ਨਹੀਂ, ਤੇ ਇਹਦਾ ਮਤਲਬ ਅਸੀਂ ਖੁਦਾ ਦੇ ਨਾਲ ਵੀ ਫੇਥਫੁਲ ਨਹੀਂ। ਸਹੀ ਇਹ ਗੱਲ ਨੂੰ ਕਹਿਣਾ ਤੇ ਕਰਨਾ ਜ਼ਮੀਨ ਅਸਮਾਨ ਦਾ ਫਰਕ ਹੈ। ਜੀ ਜੀ ਕਿਉਂਕਿ ਜੇ ਅਸੀਂ ਸਾਰੀ ਦੁਨੀਆ 'ਚ ਰੌਲਾ ਪਾਈਏ ਕਿ ਅਸੀਂ ਬੜੇ ਫੇਥਫੁਲ ਹਾਂ ਖੁਦਾ ਦੇ, ਲੇਕਿਨ ਅਸੀਂ ਆਪਣੇ ਨਾਲਦਿਆਂ ਦੇ ਨਾਲ ਫੇਥਫੁਲ ਨਹੀਂ, ਤੇ ਇਹਦਾ ਬਹੁਤ ਅੱਛਾ, ਮਤਲਬ ਇਹ ਆ ਕਿ ਅਸੀਂ ਖੁਦਾ ਦੇ ਨਾਲ ਫੇਥਫੁਲ ਨਹੀਂ। ਬਿਲਕੁਲ ਸਹੀ, ਬਿਲਕੁਲ ਸਹੀ। ਤੇ ਸਾਡੀ ਫੇਥਫੁਲਨੈਸ ਜਿਹੜੀ ਲੋਕਾਂ ਨੂੰ ਦਿਖਾਈ ਦੇਗੀ, ਉਹ ਇਹਦਾ ਦਿਖਾਈ ਦੇਗੀ ਜਦੋਂ ਅਸੀਂ ਕਿਸੇ ਇਨਸਾਨ ਦੇ ਨਾਲ ਫੇਥਫੁਲ ਰਵਾਂਗੇ। ਤੇ ਸਭ ਤੋਂ ਪਹਿਲਾ ਮੈਸੇਜ ਜਿਹੜਾ ਜਾਂਦਾ ਹੈ ਉਹ ਸਾਡੇ ਵਾਸਤੇ ਇਹ ਹੈ ਕਿ ਅਸੀਂ ਆਪਣੇ ਪਰਿਵਾਰ ਦੇ ਨਾਲ ਫੇਥਫੁਲ ਰਹੀਏ, ਬਿਲਕੁਲ ਅਸੀਂ ਆਪਣੀ ਵਾਈਫ ਦੇ ਨਾਲ ਫੇਥਫੁਲ ਰਹੀਏ, ਅਸੀਂ ਆਪਣੇ ਬੱਚਿਆਂ ਦੇ ਨਾਲ ਫੇਥਫੁਲ ਰਹੀਏ, ਅਸੀਂ ਆਪਣੀ ਜੌਬ ਦੇ ਨਾਲ ਫੇਥਫੁਲ ਰਹੀਏ, ਅਸੀਂ ਆਪਣੇ ਲੋਕਾਂ ਦੇ ਨਾਲ ਫੇਥਫੁਲ ਰਹੀਏ, ਆਪਣੇ ਚਰਚ ਦੇ ਨਾਲ ਫੇਥਫੁਲ ਰਹੀਏ। ਜਿਹੜੇ ਲੋਕਾਂ ਦੇ ਨਾਲ ਜਦੋਂ ਅਸੀਂ ਡੀਲ ਕਰਦੇ ਹਾਂ ਉਹਦੇ 'ਚ ਫੇਥਫੁਲਨੈਸ ਹੋਵੇਗੀ, ਤੇ ਫੇਰ ਹੀ ਅਸੀਂ ਕਹਿ ਸਕਦੇ ਹਾਂ ਉਹਨਾਂ ਨੂੰ ਕਿ ਖੁਦਾ ਦੇ ਨਾਲ ਅਸੀਂ ਫੇਥਫੁਲ ਹਾਂ। ਬਿਲਕੁਲ ਬਹੁਤ ਇਹ ਅੱਛਾ। ਮੇਰਾ ਐਂਡ ਦਾ ਮੈਸੇਜ ਹੈ ਕਿ ਦੇਖੋ, ਮਰੀਮ ਨੇ ਇੱਕ ਬੜੀ ਅੱਛੀ ਤਰੀਕੇ ਨਾਲ ਐਗਜ਼ਾਮਪਲ ਦਿੱਤੀ ਹੈ। ਉਹਨੂੰ ਪਤਾ ਸੀਗਾ ਇਹ ਖੁਦਾ ਦਾ ਬੇਟਾ ਹੈ, ਉਹ ਜਾਣਦੀ ਸੀ ਇਹ ਖੁਦਾ ਦਾ ਬੇਟਾ, ਲੇਕਿਨ ਉਹਨੇ ਡੀਲਿੰਗ ਜਿਹੜੀ ਸੀਗੀ ਜੀਸਸ ਦੇ ਨਾਲ, ਉਹ ਐਜ਼ ਅ ਹਿਊਮਨ ਹੀ ਰਹੀ, ਬਿਲਕੁਲ ਰਾਈਟ, ਜਦ ਤੱਕ ਰੈਜ਼ਰੈਕਸ਼ਨ ਤੋਂ ਬਾਅਦ। ਉਸ ਤੋਂ ਪਹਿਲਾਂ ਉਹਦੀ ਡੀਲਿੰਗ ਜਿਹੜੀ ਹੈ ਮਰੀਮ ਦੀ ਆਪਣੇ ਬੇਟੇ ਦੇ ਨਾਲ ਐਜ਼ ਅ ਬੇਟਾ ਰਹੀ, ਔਰ ਜੀਸਸ ਨੇ ਵੀ ਬੜੇ ਅੱਛੇ ਤਰੀਕੇ ਦੇ ਨਾਲ ਉਹਨੂੰ ਐਜ਼ ਅ ਮਦਰ ਟ੍ਰੀਟ ਕੀਤਾ। ਸੋ ਐਜ਼ ਵੀ ਐਗਜ਼ਾਮਪਲ ਬੜੀ ਵਧੀਆ ਹੈ ਕਿ ਹੀ ਨੈਵਰ, ਜੇ ਮਰੀਮ ਫੇਥਫੁਲ ਸੀਗੀ ਜੀਸਸ ਦੇ ਨਾਲ, ਤੇ ਇਸ ਕਰਕੇ ਐਂਡ ਦਾ ਮੈਸੇਜ ਜਿਹੜਾ ਹੈ ਕ੍ਰਾਸ ਤੋਂ ਉਹਨੇ ਆਪਣੀ ਮਾਂ ਲਈ ਬੋਲਿਆ, ਹਾਂਜੀ ਰਾਈਟ। ਬਿਲਕੁਲ ਅਲੱਗ-ਅਲੱਗ ਸਾਰੀ ਪ੍ਰੈਕਟੀਕਲੀ ਤੁਸੀਂ ਦੇਖੋ ਤਾਂ ਹੀ ਇਜ਼ ਓਨਲੀ ਟਾਕਿੰਗ ਟੂ ਹਰ ਹਿਜ਼ ਮਦਰ, ਹੋਰ ਕਿਸੇ ਦੇ ਨਾਲ ਡਾਇਰੈਕਟ ਗੱਲ ਨਹੀਂ ਹੋਈ ਹੈ ਉਹਦੀ, ਜੀਸਸ, ਹਾਂਜੀ ਰਾਈਟ। ਸਹੀ ਆਪਣੇ ਖੁਦਾ ਦੇ ਨਾਲ ਗੱਲਾਂ ਕੀਤੀਆਂ ਨੇ ਉਹਨੇ ਆਪਣੀਆਂ, ਤੇ ਜਿਹੜੀ ਡਾਇਰੈਕਟ ਗੱਲ ਇਨਸਾਨ ਦੇ ਵਿੱਚ ਹੋਈ ਹੈ ਉਹ ਸਿਰਫ ਆਪਣੀ ਮਾਂ ਦੇ ਨਾਲ ਹੋਈ ਹੈ, ਔਰ ਮਾਂ ਨੂੰ ਸੰਬੋਧਿਤ, ਹਿਸ ਹੋਲ ਜਿਹਨੂੰ ਕਹੀਏ ਫੋਕਸ ਸੀਗਾ ਉਹ ਮਾਂ ਤੇ ਸੀਗਾ, ਕਿ ਮਾਂ, ਸੋ ਹੀ ਵਾਸ ਫੇਥਫੁਲ ਆਲਸੋ ਵਿਦ ਹਿਜ਼ ਮਦਰ ਐਜ਼ ਅ ਹਿਊਮਨ। ਲੈਟਸ ਟਾਕ ਅਬਾਊਟ ਐਜ਼ ਅ ਹਿਊਮਨ। ਤੇ ਉਸ ਤੋਂ ਬਾਅਦ ਸੋਚਣੇ ਵਾਲੀ ਗੱਲ ਇਹ ਹੈ ਕਿ ਜਦੋਂ ਅਸੀਂ ਆਪਣੇ ਹਿਊਮਨਸ ਦੇ ਨਾਲ ਫੇਥਫੁਲ ਰਵਾਂਗੇ, ਤੇ ਖੁਦਾ ਦੇ ਨਾਲ ਫੇਥਫੁਲ ਹੋਣਾ, ਅਸੀਂ ਤਾਈਓ ਦੱਸ ਸਕਦੇ ਹਾਂ ਕਿ ਅਸੀਂ ਆਪਣੇ ਖੁਦਾ ਦੇ ਨਾਲ ਵੀ ਫੇਥਫੁਲ ਹਾਂ। ਔਰ ਰਿਐਲਿਟੀ ਇਹ ਹੈ ਕਿ ਤੁਸੀਂ ਵੀ ਦੇਖਿਆ ਹੋਏਗਾ ਆਪਣੀ ਜੇ ਮੈਰਿਜਸ ਬ੍ਰੇਕ ਹੁੰਦੀਆਂ ਨੇ, ਦਿਸ ਇਜ਼ ਵਨ ਆਫ ਦ ਬਿਗੇਸਟ ਰੀਜ਼ਨ। They have no faith in each other because they don't believe each other, means they don't have faith with Christ, they don't have faith in Jesus. So that is the reason, one of the biggest reason divorce occurs. ਬਹੁਤ ਅੱਛੇ ਡਾਕਟਰ ਸਾਹਿਬ, ਤੁਸੀਂ ਬੜੀ ਫਰਕ ਪਹਿਲੂ ਤੋਂ ਗੱਲ ਕੀਤੀ ਹੈ। ਅੱਗੇ ਅਸੀਂ ਪ੍ਰੋਗਰਾਮ ਵੀ ਖਰੇ ਦੇ ਤੇ ਕੀਤੇ ਨੇ ਕਿ ਯਾਨੀ ਜੇ ਅਸੀਂ ਖੁਦਾ ਨਾਲ ਵਫਾਦਾਰ ਹਾਂ ਤੇ ਫਿਰ ਅਸੀਂ ਇਨਸਾਨਾਂ ਨਾਲ ਵੀ ਵਫਾਦਾਰ ਹੋਈਏ। ਠੀਕ ਹੈ, ਯਾਕੂਬ ਦੇ ਖਤ 'ਚ ਬੜਾ ਉਹਨੇ ਸਾਫ਼ ਲਿਖਿਆ ਕਿ ਜੇ ਤੂੰ ਕਹਿੰਦਾ ਮੈਂ ਖੁਦਾ ਨਾਲ ਪਿਆਰ ਕਰਨਾ ਤੇ ਆਪਣੇ ਭਰਾ ਨਾਲ ਤੂੰ ਨਫ਼ਰਤ ਕਰਨਾ, ਤੇ ਇਹਦਾ ਮਤਲਬ ਇਹ ਵੇ ਕਿ ਤੂੰ ਝੂਠ ਬੋਲਣਾ, ਝੂਠਾ ਹੈ ਤੂੰ, ਬਿਲਕੁਲ ਹੈ ਨਾ, ਉਹ ਸਰਿਆਮ ਹੀ ਕਹਿੰਦਾ ਝੂਠਾ ਹੈ, ਝੂਠਾ ਬਿਲਕੁਲ। ਇਹ ਕਹਿੰਦਾ ਕਿ ਤੂੰ ਕਿਸ ਤਰ੍ਹਾਂ ਜਿਹਨੂੰ ਵੇਖਣਾ ਉਹਨੂੰ ਪਿਆਰ ਨਹੀਂ ਕਰ ਸਕਦਾ, ਤੇ ਜਿਹਨੂੰ ਨਹੀਂ ਵੇਖਦਾ ਉਹਦੇ ਨਾਲ ਉਹਦੇ ਦਾਅਵੇ ਕਰਨਾ ਕਿ ਮੈਂ ਉਹਦੇ ਨਾਲ ਪਿਆਰ ਕਰਨਾ। ਸੋ ਇਹ ਬੜੀ ਖੂਬਸੂਰਤ ਗੱਲ ਹੈ ਕਿ ਸਾਡੀ ਵਫਾਦਾਰੀ ਜਿਹੜੀ ਹੈ ਉਹ ਸਿਰਫ ਖੁਦਾ ਨਾਲ ਨਹੀਂ, ਬਲਕਿ ਜਿਹੜੇ ਸਾਡੇ ਭਰਾ ਨੇ, ਜਿਹੜੇ ਸਾਡੇ ਖਾਨਦਾਨ ਨੇ, ਸਾਡਾ ਬੱਚੇ ਨੇ, ਸਾਰਿਆਂ ਨਾਲ ਸਾਨੂੰ ਵਫਾਦਾਰ ਹੋਣ ਦੀ ਜ਼ਰੂਰਤ ਹੈ। ਔਰ ਇਹ ਇੱਕ ਬੜਾ ਵੱਡਾ ਮੈਸੇਜ ਹੈ। ਜੀ ਬ੍ਰਦਰ ਜੀ, ਤੁਸੀਂ ਆਖਰ 'ਚ ਕੁਝ ਕਹਿਣਾ ਚਾਹੋ? ਸਾਡਾ ਟਾਈਮ ਥੋੜਾ ਰਹਿ ਗਿਆ, ਤੇ ਕੋਈ ਐਂਡ ਦੀ ਗੱਲ ਤੁਸੀਂ ਕਰਨਾ ਚਾਹੋ ਬ੍ਰਦਰ ਮੈਨੂਅਲ? ਮੈਂ ਵੀ ਇਹੀ ਐਡ ਕਰਨਾ ਚਾਹੁੰਦਾ ਇਹਦੇ ਵਿੱਚ ਕਿ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਗ੍ਰਹਿਣ ਕਰ ਲਿਆ, ਐਕਸੈਪਟ ਕਰ ਲਿਆ ਹੈ, ਤੇ ਸਾਡੀ ਲਾਈਫ ਜਿਹੜੀ ਆ ਇਹ ਸਿਰਫ ਬੋਲਣ ਤੱਕ ਸੀਮਤ ਨਹੀਂ ਹੈ ਜੀ, ਇਹ ਪ੍ਰੈਕਟੀਕਲ ਲਾਈਫ ਹੈਗੀ ਹੈ। ਸਹੀ, ਜੋ ਅਸੀਂ ਬੋਲਦੇ ਆ ਉਹ ਅਸੀਂ ਕਰਕੇ ਦਿਖਾਣਾ ਹੈ। ਕਿਸੇ ਨੇ ਨਾ ਇਹ ਪਾਸਟਰ ਜੀ ਬੜਾ ਅੱਛਾ ਕਿਹਾ ਹੈਗਾ ਕਿ 4 ਗੋਸਪਲ ਹੈਗੇ ਆ ਤੇ 5ਵਾਂ ਗੋਸਪਲ ਤੁਸੀਂ ਹੋ। ਬਿਲਕੁਲ ਬਿਲਕੁਲ, ਲੋਕੀ ਤੁਹਾਨੂੰ ਪੜ੍ਹਦੇ ਨੇ। ਬਿਲਕੁਲ ਹੁਣ ਮੈਂ
ਇਹ ਤੇ ਬੜਾ ਕਾਮਨ ਅਸੀਂ ਕਹਿ ਦਿੰਦੇ ਆ ਆਈ ਲਵ ਯੂ, ਤੇ ਅਗਲਾ ਵੀ ਕਹਿ ਦਿੰਦਾ ਆਈ ਲਵ ਯੂ ਟੂ, ਹੈਨਾ। ਤੇ ਫਿਰ ਉਹ ਲਵ ਯੂ ਵਾਲਾ ਜੇ ਕਿਤੇ ਪ੍ਰੋਬਲਮ ਦੇ ਵਿੱਚ ਹੋਏ ਤੇ ਉਹ ਕਹੇ ਕਿ ਮੈਂ ਆਹ ਪ੍ਰੋਬਲਮ ਦੇ ਵਿੱਚ ਹੈਗਾ ਤੇ ਭਾਈ ਮੇਰੀ ਮਦਦ ਕਰ ਕੁਛ ਆ ਕੇ, ਤੇ ਜੇ ਅਸੀਂ ਉਹਦੇ ਤੱਕ ਪਹੁੰਚ ਨਹੀਂ ਕਰਦੇ ਤੇ ਉਹ ਲਵ ਯੂ ਦਾ ਕੋਈ ਫਾਇਦਾ ਨਹੀਂ। ਬਿਲਕੁਲ, ਇਹ ਪ੍ਰੈਕਟੀਕਲ ਹੈ। ਸਹੀ। ਕ੍ਰਿਸਚੀਅਨ ਲਾਈਫ ਇਜ਼ ਅ ਪ੍ਰੈਕਟੀਕਲ ਲਾਈਫ। ਸਹੀ। ਤੇ ਜੇ ਉਹ ਪ੍ਰੈਕਟੀਕਲ ਸਾਡੇ ਜੀਵਨ ਦੇ ਵਿੱਚ ਨਹੀਂ ਆ ਤੇ ਮੂੰਹ ਦੇ ਨਾਲ ਅਸੀਂ ਤੇ ਉਸ ਰੱਬ ਦਾ ਬੜਾ ਧੰਨਵਾਦ ਕਰਦੇ ਆ। ਤੇ ਪਰਮੇਸ਼ਵਰ ਦਾ ਬਾਣੀ ਵੀ ਇਹ ਦੱਸਦੀ ਆ, ਕਲਾਮ ਸਾਨੂੰ ਇਹ ਦੱਸਦਾ ਹੈ ਕਿ ਮੂੰਹ ਦੇ ਨਾਲ ਤੇ ਤੁਸੀਂ ਮੇਰੀ ਬੜੀ ਉਸਤਤ ਕਰਦੇ ਹੋ, ਪਰ ਦਿਲ ਦੇ ਵਿੱਚ ਤੁਹਾਡੇ ਕਪਟ ਹੈਗਾ। ਇਹ ਕਪਟ ਜਿਹੜਾ ਹੈ ਜਦੋਂ ਅਸੀਂ ਕੱਢਾਂਗੇ ਤੇ ਤਾਂ ਹੀ ਅਸੀਂ ਜਿਹੜੀ ਆ ਉਹ ਮੁਹੱਬਤ ਕਰਾਂਗੇ। ਬਿਲਕੁਲ। ਪਹਿਲਾਂ ਆਪਣੇ ਘਰ ਦੇ ਵਿੱਚ ਸਟਾਰਟ ਹੋਏਗਾ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ, ਤੁਹਾਡੀ ਵਾਈਫ ਹੈ, ਬੱਚੇ ਆ, ਤੁਹਾਡੇ ਮਾਂ-ਬਾਪ ਨੇ, ਤੁਹਾਡੇ ਭੈਣ ਭਾਈ ਨੇ, ਤੁਹਾਡਾ ਨੇਬਰਹੁੱਡ ਹੈ, ਫੇਰ ਹੀ ਤੁਸੀਂ ਇਹ ਸੁਸਮਾਚਾਰ ਜਿਹੜਾ ਹੈ ਦੁਨੀਆ ਦੇ ਦੂਜੇ ਕੋਨੇ ਦੇ ਵਿੱਚ ਜਾ ਕੇ ਦੇ ਸਕਦੇ ਹੋ ਕਿ ਹਾਂ ਵੀ ਪ੍ਰਭੂ ਯਿਸੂ ਮਸੀਹ ਬਚਾਉਣ ਵਾਲਾ ਹੈ, ਉਹਦੇ ਵਿੱਚੋਂ ਮੈਂ ਵੀ ਬਚਿਆ ਤੇ ਇਸ ਕਰਕੇ ਮੈਂ ਤੁਹਾਨੂੰ ਇਹ ਮੈਸੇਜ ਦੇਣ ਲਈ ਆਇਆ। ਬਹੁਤ ਅੱਛਾ, ਬਹੁਤ ਅੱਛਾ, ਬਹੁਤ ਸ਼ੁਕਰੀਆ ਜੀ ਬ੍ਰਦਰ ਜੀ, ਤੁਹਾਡੀ ਬੜੀ ਸੋਹਣੀ ਗੱਲਾਂ ਤੁਸੀਂ ਦੱਸੀਆਂ ਨੇ ਆਖਰ 'ਚ। ਲਓ ਜੀ, ਪ੍ਰੋਗਰਾਮ ਸਾਡੇ ਮੁੱਕਣ ਦਾ ਟਾਈਮ ਹੋ ਗਿਆ ਤੇ ਉਮੀਦ ਹੈ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਏਗਾ, ਤੁਹਾਨੂੰ ਬਰਕਤ ਮਿਲੇਗੀ। ਜ਼ਰੂਰ, ਮੈਂ ਅੱਗੇ ਵੀ ਸ਼ੁਰੂ 'ਚ ਵੀ ਕਿਹਾ ਸੀ ਕਿ ਜ਼ਰੂਰ ਸਾਨੂੰ ਆਪਣੀ ਰਾਏ ਨਾਲ ਆਗਾਹ ਕਰਦੇ ਰਿਹਾ ਕਰੋ ਤਾਂ ਕਿ ਅਸੀਂ ਹੋਰ ਮਜ਼ੀਦ ਇਸ ਪ੍ਰੋਗਰਾਮ ਨੂੰ ਬਿਹਤਰ ਕਰ ਸਕੀਏ। ਸੋ ਅੱਜ ਦਾ ਪ੍ਰੋਗਰਾਮ ਖਤਮ ਕਰਦੇ ਹੋਇਆ ਮੇਰੇ ਵੱਲੋਂ ਤੇ ਸਾਡੇ ਸਾਰਿਆਂ ਵੱਲੋਂ ਰੱਬ ਰਾਖਾ। ਰੱਬ ਰਾਖਾ।